ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਖੈਰਾ ਸਾਹਿਬ, CM ਭਗਵੰਤ ਮਾਨ ਉੱਚੀ ਉੱਚੀ ਆਵਾਜ਼ਾਂ ਮਾਰਦੇ ਪਏ ਨੇ, ਕਿੱਥੇ ਹੋ ਕਿੱਥੇ ਹੋ ਕਿੱਥੇ ਹੋ। ਸਾਰੇ ਕਹਿੰਦੇ ਕਿੰਨਾਂ ਨੂੰ ਲੱਭਦੇ ਪਏ ਨੇ। ਕਹਿੰਦੇ ਚੰਨੀ ਸਾਹਿਬ ਕਿੱਥੇ ਨੇ, ਸਾਡੇ ਸਾਬਕਾ CM। ਕਹਿੰਦੇ ਕੀ ਲੋੜ ਪੈ ਗਈ, ਫਾਈਲਾਂ ਦਾ ਸਮਝ ਨਹੀਂ ਆਉਂਦਾ, ਕੁਝ ਪ੍ਰੀਡੇਟਡ ਨੇ, ਕੁਝ ਆਊਟਡੇਟਡ ਨੇ, ਕਦੀ ਕਿਤੇ ਸਾਈਨ ਕੀਤੇ ਕਦੀ ਕਿਤੇ ਸਾਈਨ ਕੀਤੇ। ਮਸਲਾ ਕੀ ਹੈ, ਮੈਨੂੰ ਮਸਲੇ ਸਮਝ ਨਹੀਂ ਆਉਂਦੇ। ਚੰਨੀ ਸਾਹਿਬ ਕਿੱਥੇ ਗਾਇਬ ਹੋ ਗਏ। ਅੱਛਾ, ਮੈਨੂੰ ਨਾ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਹੁੰਦਾ ਸਭ ਕੁਝ। ਇਹ ਕਿਉਂ ਹੁੰਦਾ ਸਭ? ਕਿ ਮੈਂ ਤੁਹਾਨੂੰ ਦੱਸਦਾ ਵੀ ਪਹਿਲੀ ਗੱਲ ਤੇ ਸੋਸ਼ਲ ਮੀਡੀਆ ਇੱਦਾਂ ਦੀਆਂ ਸਹੀ ਚੀਜ਼ਾਂ ਨੂੰ ਡਿਸਕਸ ਕਰਨ ਦੀ ਜਗ੍ਹਾ ਨਹੀਂ ਹੈਗੀ। ਬਿਲਕੁਲ ਸਹੀ। ਮਾਈਕਰੋ ਬਲੌਗਿੰਗ ਸਾਈਟ ਇਜ਼ ਨਾਟ ਮੈਂਟ ਫॉर दैट। ਪੋਲੀਟੀਕਲ ਮੈਟਰਸ, ਐਡਮਿਨਿਸਟ੍ਰੇਟਿਵ ਮੈਟਰ ਉੱਥੇ ਲਿਆਉਣੇ ਨਹੀਂ ਚਾਹੀਦੇ। ਤੁਸੀਂ ਤੁਹਾਡੀ ਸਾਈਕੀ ਕੀ ਆ, ਤੁਸੀਂ ਕਿੱਥੋਂ ਬੋਲਣ ਦੇ ਆ, ਇਹ ਸਭ ਤੋਂ ਪਹਿਲਾਂ ਤਾਂ ਪਤਾ ਲੱਗ ਜਾਂਦਾ। ਡਨ। ਦੂਸਰੀ ਗੱਲ, ਜਦੋਂ ਅਗਲਾ ਹੈਂਡ ਓਵਰ ਕਰਕੇ ਗਿਆ, ਇਸ ਤੱਕ ਕਿ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਆ, ਉਹਨਾਂ ਨੂੰ ਦੁਬਾਰਾ ਇਹ ਨਹੀਂ ਬੁਲਾਇਆ ਜਾਂਦਾ। ਇਹ ਕਿਹੜਾ ਵੀ ਕਿਸੇ ਆਫਿਸ ਦਾ ਮੈਨੇਜਰ ਆ ਜਿਹੜਾ ਕਿਤੇ ਉਹ ਹਟ ਗਿਆ ਤੇ ਉਹਨੂੰ ਫੋਨ ਕਰਕੇ ਪੁੱਛ ਲਓ ਵੀ ਆ ਫਲਾਨੀ ਫਾਈਲ ਲੱਭਣ ਨੇੜੇ ਤੂੰ ਕਿੱਥੇ ਰੱਖੀ ਆ। ਐਗਜ਼ੈਕਟਲੀ। ਚੰਨੀ ਸਾਹਿਬ ਇੱਕ ਉਸ ਪੋਜੀਸ਼ਨ ਤੇ ਬੈਠੇ ਸੀਗੇ, ਇੱਕ ਸਟੇਟ ਰਨਰ ਸੀਗੇ ਉਹ, ਹੈ ਨਾ। ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਫਾਈਲਾਂ ਨਹੀਂ ਲੱਭਦੀਆਂ, ਜਰਾ ਦੱਸਿਓ। ਅਗਲੇ ਦੇ ਥੱਲੇ 300 ਬੰਦਾ ਜਾਂ 200 ਬੰਦਾ, ਕਿੰਨਾ ਬੰਦਾ ਸੈਕਟਰੀਏਟ ਕੰਮ ਕਰਦਾ ਸੀ। ਐਗਜ਼ੈਕਟਲੀ। ਜੇ ਅਸੀਂ ਇਮੀਡੀਏਟ ਕਹੀਏ ਤਾਂ ਉਹਨਾਂ ਦਾ PA ਸੀਗਾ ਜਿਹਨੂੰ ਹਰ ਚੀਜ਼ ਦੀ ਖਬਰ ਹੁੰਦੀ ਆ। ਉਹ PA ਟ੍ਰਾਂਸਫਰ ਹੋਇਆ ਹੋਣਾ ਭਗਵੰਤ ਮਾਨ ਸਾਹਿਬ ਹੁਣਾਂ ਨੂੰ, ਕਿਉਂਕਿ ਉਹ ਸਰਕਾਰੀ ਪੋਸਟ ਹੁੰਦੀ ਆ। ਉਹ ਕਿਸੇ ਦੇ ਘਰੋਂ ਨਹੀਂ ਆਇਆ ਹੁੰਦਾ, ਨਾ ਹੀ ਉਹ ਮੰਤਰੀ ਸਾਹਿਬ ਦੇ ਨਾਲ ਚਲੇ ਜਾਣਾ ਹੁੰਦਾ ਉਹਨਾਂ ਨੇ। ਰੀਡਰ ਬੈਠੇ ਹੁੰਦੇ ਉੱਥੇ। ਰੀਡਰ ਤੋਂ ਬਾਅਦ ਥੱਲੇ ਇੱਕ ਆਪਾਂ ਕਹਿ ਰਹੀਏ ਕਿ ਕਲੌਕ ਰੂਮ ਦੇ ਵਿੱਚ ਟਾਸਕ ਮੈਨੇਜਰ ਹੁੰਦੇ ਆ ਅੱਜ ਕੱਲ੍ਹ। ਪੂਰੀ ਟੀਮ ਆ, ਹੈ ਨਾ। ਯੈਸ। ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੱਜ ਕ੍ਰੀਏਟ ਕੀਤੀ ਜਾਂਦੀ ਆ ਵੀ ਅਸੀਂ ਕਹਿਣ ਡਏ ਆ ਵੀ ਦੇਖੋ ਉਹ ਤਾਂ ਹੁਣ ਪੰਜਾਬ 'ਚ ਹੀ ਹੈ ਨਹੀਂਗੇ। ਪਿਛਲੇ ਕੁਝ ਦਿਨਾਂ ਤੋਂ ਮੇਰੇ ਦਿਮਾਗ 'ਚ ਵੀ ਇਹ ਗੱਲ ਖਟਕਦੀ ਸੀ ਵੀ CM ਚੰਨੀ ਜਿਹੜੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਉਹ ਲੋਕਾਂ ਦਾ CM ਆ, ਲੋਕ ਮੈਂ ਤਾਂ ਆਹ ਕਰ ਲੈਣਾ, ਮੈਂ ਉਹ ਕਰ ਲੈਣਾ, ਉਹ ਚੰਨੀ CM ਆਪ ਹੁਣ ਅਮਰੀਕਾ ਜਾ ਕੇ ਬੈਠ ਗਿਆ। ਕਈ ਕਹਿੰਦੇ ਨੇ ਕੈਨੇਡਾ ਨੇ, ਕਈ ਕਹਿੰਦੇ ਨੇ ਅਮਰੀਕਾ ਨੇ। ਨਹੀਂ, ਅਮਰੀਕਾ, ਕਿਉਂਕਿ ਥੋੜਾ ਦਿਨ ਪਹਿਲਾਂ ਉਹਨਾਂ ਨੇ ਪੋਸਟ ਪਾਈ ਸੀ, ਕਿਸੇ ਦੇ ਘਰ ਵੀ ਹੋ ਗਏ ਸੀ। ਚਲੋ ਜੇ ਅਮਰੀਕਾ ਹੁਣ ਜਾਂ ਕੈਨੇਡਾ, ਹੁਣ ਫਰਕ ਕੀ ਪੈਂਦਾ, ਹੈ ਮੁਲਕੋਂ ਬਾਹਰ ਆ, ਮੁਲਕੋਂ ਬਾਹਰ ਨੇ, ਹੈ ਨਾ। ਇਹ ਲੰਮਾ ਸਮਾਂ ਆ। ਲੋਕ ਕਹਿੰਦੇ ਨੇ ਕਿ ਚੰਨੀ ਸਾਹਿਬ ਜਿਹੜੇ ਹੁਣ ਪੋਲੀਟੀਕਲ ਕਿਆਸੇ ਲੱਗਦੇ ਨੇ, ਰਾਜਨੀਤਿਕ ਆਪਾਂ ਕਹਿੰਦੇ ਵੀ ਗੱਲਾਂ ਹੁੰਦੀਆਂ, ਉਹ ਕਹਿੰਦੇ ਵੀ ਇਸ ਕਰਕੇ ਬਾਹਰ ਨੇ ਕਿ ਉਹ ਚਾਹੁੰਦੇ ਨੇ ਵੀ ਉਹਨਾਂ ਦੇ ਉੱਤੇ ਕੋਈ ਗਾਜ ਨਾ ਡਿੱਗ ਜਾਵੇ। ਜਿਹੜੀ ਇਨਵੈਸਟੀਗੇਸ਼ਨਸ ਹੋ ਰਹੀਆਂ, ਇਨਕੁਆਇਰੀਜ਼ ਹੋ ਰਹੀਆਂ ਹਰ ਦੇ ਉੱਤੇ, ਉਹਨਾਂ ਦੇ ਉੱਤੇ ਕੋਈ ਨਾ ਜਾਵੇ। ਪਰ ਜੋ CM ਭਗਵੰਤ ਮਾਨ ਸਾਹਿਬ ਕਰ ਰਹੇ ਨੇ ਨਾ, ਉਹ ਵੀ ਬਿਲਕੁਲ ਸਹੀ ਨਹੀਂ ਹੈ। ਚਾਈਲਡਿਸ਼ ਲੱਗਦਾ, ਇਹ ਬਹੁਤ ਚਾਈਲਡਿਸ਼ ਆ। ਔਰ ਇਹ ਲੋਕਾਂ ਨੂੰ ਤਾਂ ਦੇਖੋ, ਆਮ ਲੋਕ ਜਿਹੜੇ ਨੇ ਨਾ, ਜਿਹੜੇ ਕਹਿੰਦੇ ਨੇ ਵੀ ਉਸ ਪਾਰ ਖੜੇ ਆ ਲਕੀਰ ਤੋਂ। ਹੁਣ ਆਪਾਂ ਤਾਂ ਇਸ ਪ੍ਰੋਫੈਸ਼ਨ 'ਚ ਸਾਨੂੰ ਪਤਾ ਵੀ ਇਹ ਵੇ ਨਹੀਂ ਹੈਗਾ। ਦੂਸਰੇ ਨੂੰ ਪ੍ਰੋਫੈਸ਼ਨ ਨੂੰ ਕਿਸੇ ਨੂੰ ਨਹੀਂ ਪਤਾ ਵੀ ਵੇ ਹੈਗਾ ਕਿ ਨਹੀਂ ਹੈਗਾ। ਇੱਕ ਯਾਰ ਇਹਦਾ ਹੁੰਦਾ ਨਾ ਵੀ, ਇੱਕ ਗੱਲ ਤੁਹਾਨੂੰ ਸੁਣਾਉਣਾ ਵੀ ਪੰਜਾਬ ਦੇ ਵਿੱਚ ਹੁਣ ਅਸੀਂ ਦਿਖਾਵਾ ਬਹੁਤ ਕਰਦੇ ਹਾਂ। ਕਹਿੰਦੇ ਵੀ ਕੋਈ ਜਨਾਨੀ ਸੀਗੀ, ਕੋਈ ਬੀਬੀ ਸੀ ਜਿਹੜੀ ਨਵੀਂ ਮੁੰਦੀ ਬਣਾ ਕੇ ਲਿਆਈ, ਤੇ ਉਹ ਮੁੰਦੀ ਕੋਈ ਦੇਖੇ ਨਾ, ਚੀਚੀ ਜਿਹੀ ਮੁੰਦੀ ਸੀ ਬਣਾਈ ਉਹਨੇ, ਤੇ ਉਹਨੇ ਆਪਣੇ ਕਹਿੰਦੇ ਘਰ ਨੂੰ ਅੱਗ ਲਾ ਲਈ, ਤੇ ਬਾਹਰਲੇ ਬੂਹੇ ਨੂੰ, ਦਰਵਾਜ਼ੇ ਨੂੰ ਅੱਗ ਲਾ ਲਈ, ਤੇ ਲੋਕਾਂ ਨੂੰ ਕਹੇ ਇੱਥੇ ਪਾਣੀ ਪਾ ਲਓ, ਉੱਥੇ ਪਾਣੀ ਪਾ ਲਓ, ਵੀ ਚੀਚੀ ਵੀ ਦਿਖੇ ਵੀ ਮੈਂ ਨਵੀਂ ਮੁੰਦੀ ਪਾਈ। ਐਗਜ਼ੈਕਟਲੀ। ਹੁਣ ਇਹ ਵੀ ਤਰੀਕਾ ਇਦਾਂ ਦਾ ਆ ਵੀ ਲੋਕਾਂ ਨੂੰ ਦਿਖਾਉਣਾ ਆ ਵੀ ਅਸੀਂ ਕੰਮ ਕਰਦੇ ਪਏ ਆ। ਤੇ CM ਭਗਵਾਨ ਜਿਹੜੇ ਪਿਛਲੇ ਸਾਬਕਾ CM ਸੀਗੇ, CM ਜਿਹੜੇ ਸੀਗੇ, ਉਹ ਬਾਹਰ ਗਏ ਹੋਏ ਨੇ। ਦੇਖੋ, ਟਵੀਟ ਕੀਤਾ ਉਹਨੇ, ਸਿੱਧੂ ਸਾਹਿਬ ਵਾਲਾ ਕੰਮ ਇਹਨਾਂ ਮਾਨ ਸਾਹਿਬ ਨੇ ਫੜ ਲਿਆ। ਉਹ ਵੀ ਟਵੀਟ ਮਾਰਦੇ ਸੀ, ਵੀ ਟਵੀਟ ਮਾਰਦੇ ਪਏ ਨੇ। ਉਹਨਾਂ ਨੇ ਮੌਨ ਵਰਤ ਰੱਖਿਆ ਹੋਇਆ, ਇਹਨਾਂ ਨੇ ਹਜੇ ਵਰਤ ਨਹੀਂ ਰੱਖਿਆ, ਇਸ ਕਰਕੇ ਟਵੀਟ ਤੇ ਟਵੀਟ ਚੱਲਦੇ ਨੇ। ਉਧਰ ਜਿਹੜੇ ਸਾਡੇ ਸਾਬਕਾ CM ਨੇ ਚੰਨੀ ਸਾਹਿਬ, ਉਹ ਵੀ ਵਿਦੇਸ਼ 'ਚ ਨੇ। ਉਹਨਾਂ ਨੇ ਸਖਤ ਜਵਾਬ ਦਿੱਤੇ ਨੇ, 24 ਘੰਟੇ ਮੇਰਾ ਫੋਨ ਖੁੱਲ੍ਹਾ ਹੈ, ਜੋ ਪੁੱਛਣਾ ਮੈਨੂੰ ਫੋਨ ਕਰਕੇ ਪੁੱਛੋ, ਮੈਨੂੰ ਕਿਸੇ ਨੇ ਫੋਨ ਕਿਉਂ ਨਹੀਂ ਕੀਤਾ ਹੁਣ ਤੱਕ, ਮੈਨੂੰ ਪੁੱਛਣਾ ਚਾਹੀਦਾ। ਦੂਜੀ ਗੱਲ, ਕਹਿੰਦੇ ਜਿੱਥੇ ਫਾਈਲਾਂ ਰੱਖ ਕੇ ਆਇਆ ਉੱਥੇ ਹੀ ਫਾਈਲਾਂ 'ਚ ਸਾਰਾ ਸਟਾਫ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਪੂਰੀ ਟੀਮ ਹੈ। ਮੈਂ ਉਹੀ ਕਹਿਣ ਡਿਆ, ਮੈਨੂੰ ਕੀ ਪੁੱਛਣ ਡਏ ਹੋ। ਇੱਦਾਂ ਤਾਂ ਹੁੰਦਾ ਵੀ ਘਰੋਂ ਕੋਈ ਜੀ ਚਲਾ ਗਿਆ, ਅਸੀਂ ਉਹਨੂੰ ਮਗਰੋਂ ਫੋਨ ਕਰਕੇ ਪੁੱਛਦੇ ਆਹ ਚਾਬੀ ਨਹੀਂ ਲੱਭਦੀ, ਤੁਸੀਂ ਕਿੱਥੇ ਰੱਖ ਲਈ, ਹੈ ਨਾ। ਇਹ ਜਾਂ ਤੱਕ ਆਪਾਂ ਕਹੀਏ ਵੀ ਕੋਈ ਛੋਟੇ ਜਿਹੇ ਆਫਿਸ ਦੇ ਵਿੱਚ ਕੋਈ ਪੀਓਨ ਲੱਗਾ ਹੁੰਦਾ, ਅਸੀਂ ਪੀਓਨ ਨੂੰ ਫੋਨ ਕਰਦੇ ਵੀ ਉਹ ਤੂੰ ਹਟ ਗਿਆ, ਨਵੇਂ ਪੀਓਨ ਨੂੰ ਚਾਬੀਆਂ ਲੱਭਦੀਆਂ, ਕਿੱਥੇ ਰੱਖ ਕੇ ਗਿਆ। ਹੀ ਵਾਸ ਔਨ ਡਿਗਨਿਟਰੀ ਪੋਸਟ ਨਾ। ਕਈ ਵਾਰ ਲੱਗਦਾ ਕਿ ਮਾਨ ਸਾਹਿਬ ਨਾ ਉਹ ਆਪਣੀ ਕਾਮੇਡੀ ਵਾਲੀ ਆਦਤ ਜਿਹੜੀ ਹੈ ਉਹ ਕਈ ਵਾਰ ਵਰਤ ਲੈਂਦੇ। ਨਹੀਂ, ਕਾਮੇਡੀ ਵਾਲੀ ਆਦਤ ਨਹੀਂ ਹੈ ਇਹ, ਆਦਤ ਗੜੀਆਂ ਮਿੱਥੀਆਂ ਆਦਤਾਂ ਨੇ। ਇਹ ਦਿਖਾਉਣ ਲਈ ਸੰਜੀਵ ਜੀ ਲਾਈਆਂ ਜਾਂਦੀਆਂ ਵੀ ਸਾਡੀ ਜਿਹੜੀ ਪਬਲਿਸਿਟੀ ਹੈ ਨਾ, ਅਸੀਂ ਲਾਈਮ ਲਾਈਟ 'ਚ ਰਹੀਏ। ਇੱਕ ਵੇ ਆਫ ਕ੍ਰੀਏਸ਼ਨ ਆ ਨਾ, ਜਿਹੜੀ ਆਪਾਂ ਵੀ ਆਪਣਾ ਅਸੀਂ ਇੱਕ ਇਮੇਜ ਕ੍ਰੀਏਟ ਕਰਨੀ ਆ, ਉਹ ਚੀਜ਼ ਆ। ਬਸ ਤੇ ਪਬਲਿਕ ਦੇ ਉੱਤੇ ਨਾ ਇਹਦਾ ਮਾੜਾ ਅਸਰ ਪੈਂਦਾ ਕਿ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਚਲਾਇਆ ਜਾਂਦਾ। ਇਸ ਤਰੀਕੇ ਨਾਲ ਤੁਸੀਂ ਸੂਬੇ ਨੂੰ ਚਲਾਉਂਦੇ ਹੋ ਕਿ ਇੱਦਾਂ ਦੀਆਂ ਗਲਤੀਆਂ ਹੁੰਦੀਆਂ ਨੇ ਕਿ ਤੁਹਾਡੀਆਂ ਫਾਈਲਾਂ ਨਹੀਂ ਲੱਭਦੀਆਂ, ਔਰ ਫਿਰ ਉਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੇ ਹੋ ਤੁਸੀਂ। ਕੱਲ੍ਹ ਤੁਸੀਂ ਕੋਈ ਸੀਕ੍ਰੇਟ ਫਾਈਲ ਹੋਵੇ, ਤੁਸੀਂ ਉਹਦਾ ਨੰਬਰ ਵੀ ਪਾ ਦਿਓ, ਫਲਾਨੀ ਫਾਈਲ ਆ ਜੀ, ਇਹ ਟਰੇਸ ਨਹੀਂ ਹੋਣ ਡਈ, ਇਹ ਕਿੱਥੇ ਰੱਖੀ ਆ। ਨੈਚੁਰਲੀ ਕੋਈ ਇੰਪੋਰਟੈਂਟ ਮੈਟਰ ਹੋਏਗਾ,
ਹੁਣ ਟਰੰਪ ਸਾਹਿਬ ਦੇ ਉੱਤੇ ਵੀ ਰੇਡਸ ਹੋਏ, ਹਾਂ ਜੀ। ਕਹਿੰਦੇ ਨੇ ਕਿ ਉੱਥੋਂ ਵੀ ਮਿਲੀਆਂ ਨੇ, ਹਾਲਾਂਕਿ ਉਹ ਐਕਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ, ਖੈਰ ਉੱਥੇ ਵੀ ਰੇਡਸ ਹੋਏ ਨੇ, ਕੁਝ ਇੱਕ ਮਟੀਰੀਅਲ ਮਿਲਿਆ ਵੀ, ਉੱਥੇ ਵੀ ਗੱਲਾਂ ਚੱਲਦੀਆਂ ਨੇ, ਬਟ ਉਹ ਆਫੀਸ਼ੀਅਲ ਆ, ਉੱਥੇ ਕਿਸੇ ਨੇ ਟਵੀਟ ਨਹੀਂ ਕੀਤਾ, ਬਾਈਡਨ ਸਾਹਿਬ ਨੇ ਟਵੀਟ ਨਹੀਂ ਕੀਤਾ ਕਿ ਉਹ ਫਾਈਲਾਂ ਕਿੱਥੇ ਨੇ। ਦੇਖੋ ਬੜੇ ਸੀਕ੍ਰੇਟੀ ਉਹਨਾਂ ਦੀਆਂ ਗਈਆਂ ਜਿਹੜੀਆਂ ਏਜੰਸੀਜ਼ ਨੇ, ਉੱਥੇ ਦੀਆਂ ਅਮਰੀਕਨ ਏਜੰਸੀਜ਼, ਉਹਨਾਂ ਦੇ ਘਰ ਜਿਹੜਾ ਸੀਗਾ ਉੱਥੇ ਉਹਨਾਂ ਨੇ ਛਾਪਾ ਮਾਰਾ ਕੀਤਾ। ਤੁਸੀਂ ਵੀ, ਤੁਹਾਨੂੰ ਜੇ ਲੱਗਦਾ ਕੋਈ ਫਾਈਲ ਗਵਾਚ ਗਈ ਆ ਜਾਂ ਲੱਗਦਾ ਤੁਹਾਨੂੰ ਕਿ ਫਾਈਲਸ ਇੱਧਰ ਉੱਧਰ ਹੋਈਆਂ, ਤੁਸੀਂ ਵੀ ਜਾਓ ਛਾਪੇ ਮਾਰ ਲਓ। ਸੀਕ੍ਰੇਟ ਟਾਸਕ ਹੈ ਨਾ, ਬਾਕਾਇਦਾ ਤੁਸੀਂ ਵਾਰੰਟ ਲੈ ਕੇ ਜਾਓ ਤੇ ਛਾਪਾ ਮਾਰ ਲਓ, ਕੌਣ ਕਿਸੇ ਨੂੰ ਤੁਹਾਨੂੰ ਰੋਕਦਾ? ਨੈਚੁਰਲੀ ਇਹ ਤਾਂ ਇਦਾਂ ਲੋੜਾ ਪਾਇਆ ਹੋਇਆ, ਕੁੜਤਾ ਲੱਭ ਗਿਆ, ਪਜਾਮਾ ਕਿੱਥੇ, ਮੇਰਾ ਪਜਾਮਾ ਨਹੀਂ ਲੱਭਦਾ, ਪਜਾਮਾ ਨਹੀਂ ਲੱਭਦਾ, ਜਸਟ ਲਾਈਕ ਦਿਸ। ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਕੋਈ ਸੀਕ੍ਰੇਟ ਫਾਈਲ ਦਾ ਨੰਬਰ ਪਾ ਕੇ ਪੁੱਛੋ ਵੀ ਚੰਨੀ ਸਾਹਿਬ ਆ ਕਿੱਥੇ ਅਟੈਕ ਕਰ ਲਿਓ ਮਾਈਕਰੋ ਬਲੌਗਿੰਗ 'ਚ ਵੀ। ਇਹ ਮਾੜੀ ਗੱਲ ਹੈ ਜੀ, ਮਾੜੀ ਗੱਲ ਹੈ, ਇਹ ਚੰਗਾ ਨਹੀਂ ਲੱਗਦਾ। ਔਰ ਇਹ ਜੈਸਚਰ ਜਿਹੜੇ ਨੇ ਨਾ, ਲੱਗਦਾ ਕਿ ਵੈਸੇ ਤੁਸੀਂ ਠੀਕ ਕਹਿੰਦੇ ਹੋ, ਵੈਸੇ ਪਬਲਿਸਿਟੀ ਵਾਸਤੇ ਸ਼ਗੂਫਾ ਛੱਡਿਆ ਜਾਂਦਾ, ਹੋਰ ਕੁਝ ਨਹੀਂ ਹੈ। ਔਰ ਦੂਜੇ ਪਾਸੇ ਵਾਕਈ ਫਾਈਲਾਂ ਨਹੀਂ ਲੱਭਦੀਆਂ ਪਈਆਂ, ਕਈ ਡਿਪਾਰਟਮੈਂਟਸ ਦੇ ਅੰਦਰ ਫਾਈਲਾਂ ਨਹੀਂ ਲੱਭਦੀਆਂ ਪਈਆਂ। ਸਿੱਧੂ ਸਾਹਿਬ ਦਾ ਵੀ ਇੱਕ ਜਗ੍ਹਾ ਦੇ ਉੱਤੇ ਨਾਂ ਆਇਆ ਹੈ, ਐਜ਼ ਵਿਟਨੈਸ ਜਾਣਾ ਪਏਗਾ, ਉਹਨਾਂ ਨੂੰ ਫਾਈਲ ਨਹੀਂ ਲੱਭਦੀ ਪਈ। ਇੱਕ ਐਕਸ ਪੁਲਿਸ ਇੰਸਪੈਕਟਰ ਦੀ ਜੋ ਪਟੀਸ਼ਨ ਦੇ ਉੱਤੇ ਗੱਲ ਚੱਲਦੀ ਪਈ ਹੈ, ਹੋਰ ਵੀ ਫਾਈਲਾਂ ਗਾਇਬ ਨੇ। ਔਰ ਕਦੀ ਕਿਸੇ ਦੀ ਟ੍ਰਾਂਸਫਰ ਕਰਦੇ ਨੇ, ਕਦੀ ਕਿਸੇ ਨੂੰ ਚਾਰਜ ਸ਼ੀਟ ਕੀਤਾ ਜਾਂਦਾ ਹੈ, ਕਦੀ ਕਿਸੇ ਨੂੰ ਉਹਦੇ ਵਾਸਤੇ ਰਿਸਪੌਂਸੀਬਲ ਠਹਿਰਾ ਜਾਂਦਾ। ਠੀਕ ਹੈ, ਇਹ ਤਮਾਸ਼ਾ ਚੱਲਦਾ ਪਿਆ, ਆਫੀਸ਼ੀਅਲ ਇਨਕੁਆਇਰੀ ਚੱਲਦੀ ਪਈ, ਡਿਪਾਰਟਮੈਂਟਲ ਇਨਕੁਆਇਰੀ ਚੱਲਦੀ ਪਈ ਹੈ, ਪਰ ਉਹ ਲੋਕ ਜਿਨ੍ਹਾਂ ਦੀ ਉਹ ਫਾਈਲਾਂ ਨੇ, ਜਿਨ੍ਹਾਂ ਦੇ ਨਾਲ ਉਹ ਕੰਸਰਨਡ ਮੈਟਰਸ ਨੇ, ਉਹ ਕੀ ਕਰਨ? ਫਾਈਲ ਦੁਬਾਰਾ ਬਣ ਜਾਏਗੀ, ਨਵੀਂ ਉਸਾਰੀ ਹੋ ਜਾਏਗੀ, ਪਰ ਉਸਾਰੀ ਤਾਂ ਹੋਏਗੀ ਨਾ ਜੇ ਉਹਨਾਂ ਨਾਲ ਰਿਲੇਟਡ ਡਾਕੂਮੈਂਟਸ ਦੀ ਕਾਪੀ ਕਿਤੇ ਪਈ ਹੋਏਗੀ। ਉਤਾਰਾ ਕਿੱਥੇ ਹੈ, ਕਾਪੀ ਕਿੱਥੇ ਹੈ, ਤਾਂ ਹੀ ਬਣਨਗੀਆਂ। ਉਹ ਡੇਟਸ ਕਿੱਥੋਂ ਲਿਆਓਗੇ, ਪੂਰੀ ਕਾਰਵਾਈ ਕਿੱਥੋਂ ਲਿਆਓਗੇ? ਸੋ ਬੜਾ ਅਜੀਬ ਲੱਗਦਾ ਕਿ ਇਸ ਤਰੀਕੇ ਨਾਲ ਤੁਸੀਂ ਸਟੇਟ ਨੂੰ ਰਨ ਕਰਦੇ ਹੋ। ਵੈਰੀ ਮਤਲਬ ਹਾਸੋਹੀਣੀ ਗੱਲ ਹੈ, ਲਾਫਿੰਗ ਸਟਾਕ ਬਣਾ ਕੇ ਰੱਖ ਦਿੱਤਾ ਉਹਨਾਂ ਨੇ ਹਰ ਇੱਕ ਚੀਜ਼ ਦਾ। ਦੇਖੋ ਪਤਾ ਗੱਲ ਕੀ ਆ, ਪਹਿਲਾਂ ਵੀ ਇਦਾਂ ਹੁੰਦਾ ਸੀ ਸੰਜੀਵ ਜੀ, ਆਪਾਂ ਕਰਦੇ ਨੇ ਵੀ ਫਲਾਨਾ ਸਿੰਜਾਈ ਮੰਤਰੀ ਇਸ ਟਾਈਮ ਵੀ ਜਾਂਦੇ ਜਾਂਦੇ ਆਪਣੇ ਕਈ ਫਾਈਲਾਂ ਦੇ ਉੱਤੇ ਸਾਈਨ ਕਰਕੇ ਨਹੀਂ ਗਿਆ, ਸਗੋਂ ਸਟੈਂਪ ਲਾਉਣੀ ਭੁੱਲ ਗਿਆ, ਸਾਈਨ ਕਰ ਦਿੱਤੇ ਆ। ਹਾਂਜੀ, ਉਹ ਇਹਨਾਂ ਦੇ ਨਾ ਜਦੋਂ ਅਧਾਰੇ ਬਦਲ ਸੀਗੇ, ਜਦੋਂ ਆਪਾਂ ਕਹਿੰਦੇ ਆ ਵੀ ਇੱਕ ਵਾਰੀ ਉਹ ਪਾਰਟੀ ਆ ਗਈ ਤੇ ਇੱਕ ਵਾਰੀ ਉਹ ਪਾਰਟੀ ਆ ਗਈ, ਇਹਨਾਂ ਅੰਦਰੋਂ ਤਿੜਾ ਜੁੜੀਆਂ ਹੀ ਹੁੰਦੀਆਂ ਸੀਗੀਆਂ। ਮੰਤਰੀ ਕੀ ਕਰਦੇ ਸੀਗੇ ਵੀ ਕੋਈ ਨਾ ਵੀ 6 ਮਹੀਨੇ ਲੱਗ ਜਾਣੇ ਆ, ਉਹ ਸਾਡੇ ਕੋਲ ਸਾਇੰਸ ਨੂੰ ਉੱਥੇ ਕਰਾਉਂਦੇ ਆ ਜਾਣਗੇ, ਬੜੇ ਕੈਜੂਅਲੀ ਅਸੀਂ ਲੈਂਦੇ ਰਹੇ। ਹੁਣ ਇਹ ਪਾਰਟੀ ਜਿਹੜੀ ਹੈ ਦਿੱਲੀ ਵਾਲੀ ਪਾਰਟੀ ਆ, ਲਾਲਾ ਦਿੱਲੀ ਤੋਂ ਬੈਠਦਾ, ਸਾਰੇ ਕਹਿੰਦੇ ਜੀ ਆਰਡਰ ਦਿੱਲੀ ਤੋਂ ਆਉਂਦੇ ਨੇ। ਹੁਣ ਇਹਨਾਂ ਨੇ ਬੜੇ ਹਿਸਾਬ ਕਿਤਾਬ ਕੋਰੇ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹ ਕਹਿੰਦੇ ਆ ਜੀ ਗੱਲ ਤੇ ਇਦਾਂ ਹੀ ਹੋਊਗੀ ਵੀ ਤੁਸੀਂ ਆਪਣਾ ਕਿਉਂ ਨਹੀਂ। ਅੱਗੇ ਹੁੰਦਾ ਸੀ ਵੀ ਇਹ ਭਾਈਦਾਰੀ ਚੱਲਦੀ ਸੀ ਵੀ ਕੋਈ ਨਾ ਚਾਰਜ 2 ਦਿਨ ਲੈ ਤੇ 2 ਦਿਨ ਬਾਅਦ ਚੱਲ ਜੂ। ਸਿੰਜਾਈ ਮੰਤਰੀ ਦੀ ਗੱਲ ਜਿਹੜੀ ਪਿੱਛੇ ਜੇ ਉੜੀ ਸੀਗੀ ਵੀ ਉਹਨੇ 2-3 ਲਾਈਨ ਜਿਹੜੀਆਂ ਨੋਟੀਫਾਈ ਕੀਤੀਆਂ ਆ, ਡੀਨੋਟੀਫਾਈ ਕੀਤੀਆਂ, ਪਰ ਉਹ ਜਿਹੜੇ ਨੋਟੀਫਾਈ ਕਰੇ ਇਕੱਲੇ ਕਾਲ ਨੇ ਘੁੱਗੀ ਮਾਰ ਗਈ, ਇੱਦਾਂ ਲੱਗਦਾ ਗੱਡੀ 'ਚ ਕਿਸੇ ਨੇ ਘੁੱਗੀ ਮਰਵਾ ਲਈ ਪਰ ਸਟੈਂਪ ਨਹੀਂ ਲੱਗੀ। ਇੱਦਾਂ ਦੇ ਬੜੇ ਸਾਰੇ ਡਿਪਾਰਟਮੈਂਟ ਨੇ ਜਿੱਥੇ ਘੁੱਗੀਆਂ ਵੱਜ ਗਈਆਂ ਤੇ ਸਟੈਂਪ ਉਹ ਸੋਚਦੇ ਸੀ ਵੀ ਪਹਿਲੇ ਵਾਲਾ ਹਿਸਾਬ ਕਿਤਾਬ ਆ ਵੀ ਪਹਿਲੇ ਵਾਂਗੂ ਕੋਈ ਨਾ 2-4 ਦਿਨ, ਹਫ਼ਤੇ, ਮਹੀਨੇ ਲੱਗ ਹੀ ਜਾਂਦੇ ਆ ਤੇ ਅਸੀਂ ਸਾਡੀਆਂ ਸਟੈਂਪਾਂ ਵੀ ਲੱਗ ਜਾਣਗੀਆਂ। ਇਹ ਕਹਿੰਦੇ ਆ ਵੀ ਬੜੇ ਤੁਸੀਂ ਜੇ ਤੁਸੀਂ ਆਏ ਆ ਤਾਂ ਤੁਸੀਂ ਜਾਓ ਵੀ ਸਲੀਕੇ ਦੇ ਨਾਲ, ਜਿਹੜਾ ਕਿ ਹੋਣਾ ਵੀ ਚਾਹੀਦਾ। ਇਹ ਪਹਿਲਾਂ ਵਾਲੀਆਂ ਪਾਰਟੀਆਂ ਦੀ ਆਪਸ ਵਿੱਚ ਗੱਠਜੋੜ ਸੀ, ਹੁਣ ਇਹਨਾਂ ਦਾ ਗੱਠਜੋੜ ਨਹੀਂ, ਜਿਹੜਾ ਇਹ ਹੁਣ ਇਹਨਾਂ ਇਸ ਕਰਕੇ ਤੰਗ ਵੀ ਹੋਣ ਡਏ ਆ। ਐਗਜ਼ੈਕਟਲੀ ਤੰਗ ਹੋਣ ਡਏ ਨੇ। ਔਰ ਕਈ ਵਾਰ ਨਾ ਮੈਂ ਪਤਾ ਕੀ ਫੀਲ ਕਰਦਾ, ਜਿਹੜੇ ਕਈ ਐਕਸਪਰਟ ਮੰਨਦੇ ਨੇ ਨਾ ਕਿ ਸਾਡੇ ਸਕੂਲ ਦੇ ਵਿੱਚ ਸ਼ੁਰੂ ਤੋਂ ਹੀ ਆਰਮੀ ਟ੍ਰੇਨਿੰਗ ਜ਼ਰੂਰੀ ਹੋਣੀ ਚਾਹੀਦੀ ਹੈ ਹਰੇਕ ਵਾਸਤੇ, ਐਨਸੀਸੀ ਜ਼ਰੂਰੀ ਹੋਣੀ ਚਾਹੀਦੀ, ਭਾਵੇਂ 1 ਸਾਲ ਵਾਸਤੇ 2 ਸਾਲ ਵਾਸਤੇ ਉਹਨਾਂ ਨੂੰ ਬਾਕਾਇਦਾ ਆਰਮੀ 'ਚ ਵੀ ਭੇਜਣਾ ਚਾਹੀਦਾ, ਭਾਵੇਂ 6 ਮਹੀਨੇ ਵਾਸਤੇ ਭੇਜੋ। ਕਮ ਸੇ ਕਮ ਬੰਦਾ ਅਨੁਸ਼ਾਸਨ ਸਿੱਖ ਜਾਏਗਾ, ਇੱਕ ਜੈਂਟਲਮੈਨ ਬਣ ਜਾਏਗਾ। ਜੀ ਦੇਖੋ ਇਹ ਗੱਲਾਂ ਕਹਿਣ ਦੀਆਂ ਆ, ਸਿਖਾਉਣ ਨੂੰ ਜੇ ਤੁਸੀਂ ਕੋਈ ਕੰਮ ਨੂੰ ਨਾ ਬੜੇ ਸੋਹਣੇ ਸਲੀਕੇ ਨਾਲ ਕਰਨਾ ਹੋਵੇ ਤਾਂ ਜ਼ਰੂਰੀ ਨਹੀਂ ਤੁਹਾਨੂੰ ਆਰਮੀ 'ਚ ਜਾਣਾ ਪਵੇ। ਡਿਸਪਲਿਨ ਹੋਣਾ ਪਏਗਾ। ਕਿਸਾਨਾਂ ਦੇ ਪੁੱਤਾਂ ਸੀ, ਸਾਡੇ ਤੋਂ ਡੋਰ 4 ਵਜੇ ਖੜਕਣ ਲੱਗ ਪੈਂਦੇ, 3:30 ਸਾਡੇ ਘਰ ਦੇ ਖੂਹ ਦੂਰ ਹੋਵੇ ਤੇ ਤੁਰੇ ਜਾਂਦੇ ਆ, ਚਾਹੇ ਰਾਹ ਕਿੱਡਾ ਵੀ ਉਜੜਿਆ ਹੋਵੇ ਤੇ ਸਾਈਕਲਾਂ ਤੇ ਜਾਂਦੇ ਅਸੀਂ ਦੇਖੇ ਆ। ਐਗਜ਼ੈਕਟਲੀ, ਆਪਾਂ ਜਾਂਦੇ ਵੀ ਰਹਿੰਦੇ ਆ। ਡਿਸਿਪਲਿਨਡ ਆ ਉਹ। 3 ਵਜੇ ਉੱਠਣਾ ਤਾਂ ਮਤਲਬ 3 ਵਜੇ ਉੱਠ ਕੇ ਤੇ ਝਾਰਾਂ ਕੱਢ ਕੇ 7 ਵਜੇ ਆ ਕੇ ਡੰਗਰ ਬੱਛਾ ਸਾਂਭ ਕੇ ਉਹਨਾਂ ਨੇ ਆਉਣਾ। ਇਹ ਡਿਸਿਪਲਿਨ ਹੀ ਆ, ਅਨੁਸ਼ਾਸਨ। ਇਹਨੂੰ ਸ਼ਾਸਨ। ਸ਼ਾਮ ਨੂੰ ਫਿਰ 3 ਵਜੇ ਦੁਪਹਿਰਾ ਲੱਗਾ ਹੋਵੇ, ਮੀਂਹ ਪੈਂਦਾ ਹੋਵੇ, ਹਨੇਰੀ ਆਵੇ, ਪਸ਼ੂਆਂ ਨੂੰ ਗਿੱਲਾ ਸੁੱਕਾ ਕਰਨਾ, 3 ਵਜੇ ਫਿਰ ਘਰੋਂ ਨਿਕਲ ਜਾਣਾ, ਫਸਲ ਨੂੰ ਪਾਣੀ ਦੇਣਾ, ਫਸਲ ਵੱਢਣੀ, ਕਰਨੀ, ਕਰਾਉਣੀ, ਇਹ ਸਾਰੇ ਅਨੁਸ਼ਾਸਨ 'ਚ ਹੀ ਹੁੰਦੇ ਕੰਮ। ਇਹ ਜ਼ਰੂਰੀ ਨਹੀਂ ਅਸੀਂ ਆਰਮੀ 'ਚ ਜਾਣਾ। ਦਰਅਸਲ ਇਹ ਆ ਨਾ ਵੀ ਇਹਨਾਂ ਨੇ ਇੱਕ ਜਿਹੜਾ ਕਹਿੰਦੇ ਹੁੰਦੇ ਨਾ ਵੀ ਆਪਣਾ ਬਣਾ ਲਿਆ ਸੀਗਾ ਵੀ ਕੋਈ ਗੱਲ ਹੀ ਨਹੀਂ, ਇੱਕ ਬੰਨੇ ਉਹ ਪਾਰਟੀ ਹੋਣੀ, ਇੱਕ ਬੰਨੇ ਉਹ ਹੋਣੀ ਆ, ਐਡਾ ਕੁ ਤਾਂ ਅਸੀਂ ਚੱਲਦੇ ਰਹਿਣਾ। ਜਦੋਂ ਪਾਵਰ ਆਫ ਚੇਂਜ ਆਫ ਪਾਵਰ ਹੋਣੀ ਆ, ਇੰਨੀ ਕੁ ਤਾਂ ਲੀਵਰੇਜ ਮਿਲ ਹੀ ਜਾਣੀ ਆ। ਬਿਲਕੁਲ ਜੀ, ਉਹ ਰਾਜਾ ਵੜਿੰਗ ਸਾਹਿਬ ਦੀ ਸਟੇਟਮੈਂਟ ਵੀ ਸੀ ਨਾ ਕਿ ਸੰਨ 2022 'ਚ ਤੁਸੀਂ ਸਾਡੀਆਂ ਫਾਈਲਾਂ ਖੋਲ੍ਹਦੇ ਹੋ, ਸੰਨ 2027 ਦੇ ਵਿੱਚ ਅਸੀਂ ਜਿੱਤ ਕੇ ਆਵਾਂਗੇ, ਫਿਰ ਅਸੀਂ ਤੁਹਾਡੀਆਂ ਫਾਈਲਾਂ ਖੋਲਾਂਗੇ। ਦੱਸੋ ਹੁਣ ਇੱਦਾਂ ਦੀਆਂ ਸਟੇਟਮੈਂਟਸ ਆਉਂਦੀਆਂ ਨੇ। ਮੇਰਾ ਮਤਲਬ ਇਹੀ ਹੈ ਕਿ ਆਰਮੀ, ਚਲੋ ਆਰਮੀ 'ਚ ਡਿਸਿਪਲਿਨ ਸਿਖਾਉਂਦੇ ਆ ਆਪਾਂ, ਨਾਲ ਦੀ ਨਾਲ ਆਪਾਂ ਖੇਤੀਬਾੜੀ ਦੀ ਗੱਲ ਕੀਤੀ ਹੈ,
ਉੱਥੇ ਵੀ ਡਿਸਪਲਿਨ ਹੈ, ਹਰ ਚੀਜ਼ ਦਾ ਅਨੁਸ਼ਾਸਨ ਹੈ, ਤਾਂ ਹੀ ਇੱਕ ਰਿਜ਼ਲਟ ਆਏਗਾ, ਤਾਂ ਹੀ ਨਤੀਜੇ ਹੋਣਗੇ, ਤਾਂ ਹੀ ਸਭ ਫਲ ਤੋਂ ਵੱਡੀ ਮਿਲੇਗਾ। ਗੱਲ ਆ, ਅਸੀਂ ਸਕੂਲਾਂ 'ਚ ਪੜ੍ਹਦੇ ਹਾਂ, ਸਕੂਲਾਂ 'ਚ ਅਨੁਸ਼ਾਸਨ ਹੈ। ਇਹ ਸਾਰੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ, ਕਿਸਾਨੀ ਤੋਂ ਆਏ ਹਾਂ, ਫਿਰ ਇਹ ਕਿਉਂ ਅਨੁਸ਼ਾਸਨ ਭੁੱਲ ਗਏ? ਗੱਲ ਇਹ ਹੈ, ਮਤਲਬ ਇਹ ਵਿਗੜ ਗਏ ਨੇ। ਕੀ ਹੋਇਆ, ਜਿਹੜੇ ਪੁਰਾਣੇ ਸੰਸਕਾਰ ਮਿਲੇ ਨੇ ਪਰਿਵਾਰਾਂ ਤੋਂ ਉਹ ਭੁੱਲ ਗਏ ਨੇ। ਇੱਦਾਂ ਦੀਆਂ ਗੱਲਾਂ, ਫਾਈਲਾਂ ਗੁੰਮ ਹੋ ਜਾਂਦੀਆਂ ਨੇ, ਅਜੀਬ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਬਿਲਕੁਲ ਬਚਕਾਨੀਆਂ ਹਰਕਤਾਂ ਨੇ। ਆ ਮੇਰੀ ਰਬੜ ਕਿੱਥੇ ਗਈ, ਜਿਵੇਂ ਬੱਚਾ ਕਹਿੰਦਾ ਨਾ ਮੇਰੀ ਪੈਨਸਲ ਗੁੰਮ ਗਈ ਸੀ, ਇਸ ਕਰਕੇ ਮੈਂ ਹੋਮਵਰਕ ਨਹੀਂ ਕੀਤਾ। ਜਸਟ ਲਾਈਕ ਦਿਸ, ਚਾਈਲਡਿਸ਼ ਲੱਗਦਾ ਬਿਲਕੁਲ। ਔਰ ਇਸ ਤਰ੍ਹਾਂ ਸਟੇਟ ਨੂੰ ਰਨ ਕਰਨਾ ਬੜਾ ਅਜੀਬ ਲੱਗਦਾ ਕਿ ਕਈ ਵਾਰ ਬੰਦਾ ਸੋਚਦਾ ਹੈ ਕਿੰਨਾ ਲੋਕਾਂ ਦੇ ਹੱਥਾਂ ਦੇ ਵਿੱਚ ਅਸੀਂ ਆਪਣੀ ਸਟੇਟ ਦਿੱਤੀ ਹੋਈ ਹੈ। ਇੱਥੋਂ ਤੱਕ ਬੰਦਾ ਸੋਚਣ ਲੱਗ ਪੈਂਦਾ ਕਿ ਇਹ ਚੀਜ਼ਾਂ, ਕੋਈ ਗਵਰਨਮੈਂਟ ਕੋਈ ਵੀ ਹੋਵੇ, ਚਾਹੇ ਉਹ ਗਵਰਨਮੈਂਟ ਕਿੰਨੀ ਵੀ ਸਿਆਣੀ ਹੋਵੇ, ਤੁਸੀਂ ਕਾਮਾ ਰੱਖੋਗੇ ਨਾ ਘਰੇ, ਕਾਮਾ ਕਿੰਨਾ ਵੀ ਸੋਹਣਾ ਕੰਮ ਕਰਦਾ ਹੋਵੇ, ਤੁਹਾਨੂੰ ਨਜ਼ਰ ਰੱਖਣੀ ਪੈਂਦੀ ਤੁਹਾਨੂੰ ਨਜ਼ਰ ਰੱਖਣੀ ਪੈਂਦੀ ਹੈ, ਨਜ਼ਰ ਸਾਜ਼ ਹੋਣਾ ਪੈਂਦਾ ਤੁਹਾਨੂੰ ਉਹਦੇ ਤੇ। ਉਹ 2 ਦਿਨ ਸੋਹਣਾ ਕਰ ਲੂ, 3 ਦਿਨ ਸੋਹਣਾ ਕਰ ਲੂ, ਜੇ ਬੜਾ ਇਮਾਨਦਾਰ ਹੋਇਆ ਤੇ 10-15 ਦਿਨ ਸੋਹਣਾ ਕਰ ਲੂ, 16ਵੇਂ ਦਿਨ ਉਹ ਕਹੂਗਾ ਯਾਰ ਇਹ ਕਿਹੜਾ ਦੇਖਦਾ ਵੀ ਹੁਣ ਤਾਂ ਮੈਂ ਥੋੜੀ ਲੀਵਰੇਜ ਲੈ ਲਵਾਂ। ਸਰਕਾਰਾਂ ਐਦਾਂ ਦੀਆਂ ਨੇ। ਕੱਲਾ ਦੇਖੋ ਪੈਸੇ ਦਾ ਕਹਿੰਦੇ ਨਾ ਵੀ ਜੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਵਰਤਣਾ ਛੱਡਣਾ ਹੋਵੇ ਨਾ ਪੰਜਾਬ 'ਚ, ਤਾਂ ਕਹਿੰਦੇ ਉਹਨੂੰ ਪੈਸੇ ਦੇ ਦਿਓ, ਉਧਾਰੇ ਪੈਸੇ ਦੇ ਦਿਓ। ਵੀ ਜਦੋਂ ਤੁਸੀਂ ਮੰਗੋਗੇ ਅਗਲਾ ਖਾਣ ਪਊਗਾ, ਤੁਸੀਂ ਵੀ ਲੜੋਗੇ ਤੇ ਬਸ ਤੁਹਾਡੇ ਛੱਡ ਛੜਾਈਆ ਹੋ ਜਾਣਾ। ਯੈਸ, ਪੈਸੇ ਦਾ ਲੈਣ ਦੇਣ ਜਿੱਥੇ ਆ ਜਾਂਦਾ ਨਾ, ਉਹ ਕਹਿੰਦੇ ਨੇ ਵੀ ਸਾਡੀ ਮੰਮੀ ਅਕਸਰ ਕਹਿੰਦੀ ਹੁੰਦੀ ਵੀ ਨਾ ਲੈਣ ਦੇਣ ਤੇ ਮਾਵਾਂ ਧੀਆਂ ਦਾ ਵੀ ਹੁੰਦਾ ਆ, ਵੀ ਜੇ ਕਿਸੇ ਤੋਂ ਉਧਾਰੇ ਫੜੇ ਆ ਤਾਂ ਉੱਥੇ ਵੀ ਅਸੀਂ ਇੱਕ ਦੂਸਰੇ ਨੂੰ ਦੇਣਾ ਬਜ਼ੁਰਗ ਇੱਦਾਂ ਕਹਿੰਦੇ ਨਾ। ਇਹ ਜਦੋਂ ਹੁਣ ਪੈਸਾ ਜਿਹੜੀ ਛੈ ਆ ਨਾ, ਜਦੋਂ ਬੇਇਤਹਾਸ਼ਾ ਜਿੱਥੇ 2000 ਕਰੋੜ ਦੇ ਘਪਲੇ ਹੋ ਜਾਣੇ, ਇੰਨਿਆਂ ਦਾ ਟੈਂਡਰ ਚਲੇ ਜਾਣਾ, ਪਿੱਛੇ ਇੱਕ ਦਰਖਤ ਦੇ ਕੱਟਣ ਪਿੱਛੇ ਮੈਨੂੰ ਇੰਨੇ ਪੈਸੇ ਮਿਲ ਜਾਓ, ਬੁੱਕਾਂ ਦੇ ਬੁੱਕ ਜਦੋਂ ਪੈਸੇ ਆਉਂਦੇ ਨਾ ਤੇ ਇਮਾਨ ਤੇ ਡੋਲਣਾ ਪੈਂਦਾ ਹੀ ਆ। ਔਰ ਕਿਉਂਕਿ ਇਹਨਾਂ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਜਿਹੜੀਆਂ ਆਪਾਂ ਕਹਿ ਲਈਏ ਕਿ ਦੁਨਿਆਵੀ ਜ਼ਰੂਰਤਾਂ ਇਹਨਾਂ ਨੇ ਇੰਨੀਆਂ ਵਧਾਈਆਂ ਹੁੰਦੀਆਂ ਆ, ਤੇ ਉਹ ਕਰਨਾ ਪੈਂਦਾ, ਕਿਉਂਕਿ ਸਾਡਾ ਸਿਸਟਮ ਦਾ ਤਾਣਾ ਬਾਣਾ ਇੱਦਾਂ ਆ। ਕਹਿੰਦੇ ਜੀ ਨਹੀਂ ਵੀ ਉੱਪਰੋਂ ਜੇ 100 ਰੁਪਈਆ ਚੱਲਦਾ ਤੇ ਥੱਲੇ ਥੱਲੇ ਜੋ ਧੇਲਾ ਰੁਪਈਆ 2 ਰੁਪਈਏ ਆ ਜਾਂਦੇ ਆ, ਜਿਹੜੇ ਆਮ ਲੋਕਾਂ ਕੋਲੇ ਪਹੁੰਚਣੇ ਹੁੰਦੇ ਆ। ਉਹ ਸਿਸਟਮ ਇੱਦਾਂ ਦਾ ਆ। ਇਸ ਸਿਸਟਮ ਦੇ ਉੱਤੇ ਨਜ਼ਰਸਾਜ਼ੀ ਰੱਖਣੀ ਨਾ ਬਹੁਤ ਜ਼ਰੂਰੀ ਆ। ਔਰ ਕਈ ਐਕਸਪਰਟ ਇਹ ਵੀ ਮੰਨਦੇ ਨੇ ਕਿ ਇਸ ਪੁਆਇੰਟ ਤੇ ਆ ਕੇ ਨਾ ਸੀਐਮ ਚੰਨੀ ਸਾਹਿਬ ਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ। ਉਹ ਤਾਂ ਹੁਣ ਭਾਰਤ ਤੋਂ ਬਾਹਰ ਨੇ, ਕਿੱਥੇ ਪ੍ਰੈਸ ਕਾਨਫਰੰਸ ਕਰਨਗੇ? ਜਾਂ ਤਾਂ ਉਹਨਾਂ ਦੇ ਨੁਮਾਇੰਦੇ ਇੱਥੇ ਕਰਨ ਪ੍ਰੈਸ ਕਾਨਫਰੰਸ, ਨਹੀਂ ਤਾਂ ਫਿਰ ਪੱਤਰਕਾਰਾਂ ਨੂੰ ਬੁਲਾ ਕੇ ਵੀਡੀਓ ਕਾਨਫਰੰਸਿੰਗ ਕਰਵਾ ਦੇਣ, ਉਹ ਵੀ ਪ੍ਰੈਸ ਕਾਨਫਰੰਸ ਹੋ ਸਕਦੀ ਹੈ। ਮਤਲਬ ਉਹ ਆਪਣਾ ਪੱਖ ਬਿਲਕੁਲ ਸਪਸ਼ਟ ਕਰਨ ਜਨਤਾ ਦੇ ਸਾਹਮਣੇ ਕਿ ਆ ਕੀ ਹੋ ਰਿਹਾ। ਨਹੀਂ ਦੇਖੋ, ਇਹ ਡਰਾਮਾ ਸ਼ੁਰੂ ਹੋ ਗਿਆ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਜਿਹੜੀ ਗੱਲ ਤੁਹਾਡੇ ਤੱਕ ਪਹੁੰਚੀ ਹੈ ਤੇ ਤੁਹਾਨੂੰ ਕੀ ਲੱਗਦਾ ਹੋਵੇ ਚੰਨੀ ਸਾਹਿਬ ਦੇ ਸਲਾਹਕਾਰ ਘੱਟ ਨੇ? ਬਿਲਕੁਲ ਸਹੀ ਹੈ ਨਾ, ਉਹਨਾਂ ਨੇ ਕਹਿ ਦੇਣਾ ਆ। ਇਹ ਹੱਲੇ ਤਾਂ ਕਹਿੰਦੇ ਨੇ ਵੀ ਬਾਤ ਨਿਕਲੀ ਆ ਵੀ ਕੂਚੇ ਸੇ ਜੇ ਦੂਰ ਤਲਕ ਜਾਏਗੀ। ਹੱਲੇ ਤਾਂ ਤੁਸੀਂ ਦੇਖੋ ਵੀ ਦੁੱਧ ਦੀਆਂ ਦੰਦੀਆਂ ਇਸ ਗੱਲ ਦੀਆਂ। ਇਹ ਹੌਲੀ ਹੌਲੀ ਜੇ ਭਾਂਬੜ ਮਚਾਉਣਾ ਹੋਇਆ ਨਾ ਤਾਂ ਦੇਖਿਓ ਮੱਚਦਾ ਕਿੱਦਾਂ ਆ। ਬਿਲਕੁਲ ਸਹੀ ਗੱਲ ਹੈ। ਔਰ ਮੀਡੀਆ ਨੂੰ ਹੋਰ ਨਿਊਜ਼ ਮਿਲੇਗੀ, ਹੋਰ ਗੌਸਿਪ ਮਿਲੇਗਾ, ਗੌਸਿਪਸ ਮਿਲਣਗੇ। ਇਹਦੇ ਉੱਤੇ ਚਲੋ ਸਾਡਾ ਪ੍ਰੋਗਰਾਮ ਵੀ ਤੇ ਚੱਲਦਾ, ਅਸੀਂ ਵੀ ਤੇ ਕਹਿੰਦੇ ਹੁੰਦੇ ਨਾ ਵੀ ਗੱਲ ਉਸੇ ਗੱਲ ਤੇ ਕਰਨ ਦੇ ਆ। ਚਲੋ ਬਹੁਤ ਵਧੀਆ, ਅੱਗੇ ਆਪਾਂ ਚੱਲਦੇ ਹਾਂ। ਇਹ ਫਾਜ਼ਿਲਕਾ ਦੇ ਵਿੱਚ ਨਾ ਨਜਾਇਜ਼ ਮਾਈਨਿੰਗ ਚੱਲਦੀ ਪਈ ਸੀ ਤੇ ਉਹ ਸਾਰੀਆਂ ਅੱਜਕੱਲ ਟੀਮਸ, ਕਿਉਂਕਿ ਸੀਐਮ ਸਾਹਿਬ ਦੇ ਹੁਕਮ ਨੇ ਕਿ ਅਸੀਂ ਮਾਈਨਿੰਗ ਨੂੰ ਟੋਟਲੀ ਬੰਦ ਕਰਨਾ, ਤਾਂ ਉਹ ਟੀਮ ਪਹੁੰਚੀ ਆਪਣੀ ਗੱਡੀ ਲੈ ਕੇ। ਉੱਥੇ ਇੰਸਪੈਕਟਰਸ ਵੀ ਨੇ, ਪੁਲਿਸ ਦਾ ਉਹਦੇ 'ਚ ਮੁਲਾਜ਼ਮ ਵੀ ਨੇ, ਤੇ ਉੱਥੇ ਜਿਹੜੇ ਬੰਦੇ ਮਾਈਨਿੰਗ ਕਰਦੇ ਪਏ ਸੀ ਗੈਰ ਕਾਨੂੰਨੀ, ਉਹ 3 ਜਾਣਿਆਂ ਨੇ ਆਪਣੇ 10-12 ਬੰਦਿਆਂ ਦੇ ਨਾਲ ਹਮਲਾ ਕਰ ਦਿੱਤਾ, ਜਾਨਲੇਵਾ। ਇਸ ਟੀਮ ਦੇ ਉੱਤੇ ਜੋ ਗਵਰਨਮੈਂਟ ਦੇ ਆਫੀਸ਼ੀਅਲਸ ਨੇ ਕਾਰ ਵੀ ਤੋੜ ਦਿੱਤੀ ਹੈ। ਹੁਣ FIR ਦਰਜ ਹੋਈ ਆ 3 ਬੰਦਿਆਂ ਦੇ ਖਿਲਾਫ, ਜਿਨ੍ਹਾਂ ਨੂੰ ਪਛਾਣ ਲਿਆ ਗਿਆ, ਤੇ 10-12 ਅਣਪਛਾਤੇ ਲੋਕਾਂ ਦੇ ਖਿਲਾਫ ਹੋਈ ਹੈ। ਹੁਣ ਉਹ ਪੁਲਿਸ ਦੀ ਵੀ ਕੁੱਟਮਾਰ ਹੋਈ, ਆਫੀਸ਼ੀਅਲਸ ਦੀ ਵੀ ਕੁੱਟਮਾਰ ਹੋਈ, ਉਹਨਾਂ ਦੀ ਗੱਡੀ ਵੀ ਤੋੜ ਦਿੱਤੀ। ਇੱਥੋਂ ਤੱਕ ਚਲਾ ਗਿਆ ਮਾਫੀਆ। ਅੱਛਾ, ਆਮ ਆਦਮੀ ਪਾਰਟੀ ਜਦੋਂ ਆਈ ਸੀਗੀ ਤੇ ਕਹਿੰਦੀ ਸੀ ਵੀ ਇੰਨੇ ਪੈਸੇ ਤਾਂ ਮੈਂ ਮਾਈਨਿੰਗ 'ਚੋਂ ਬਚਾ ਲੈਣੇ, 25,000 ਕਰੋੜ। ਹਾਂ, ਇੰਨੇ ਪੈਸੇ ਮੈਂ ਆ ਦਾਰੂ ਵਾਲੇ ਜਿਹੜੇ ਠੇਕੇ ਠੁਕੇ ਜਾਂਦੇ ਆ ਇਹਨਾਂ 'ਚੋਂ ਬਚਾ ਲੈਣੇ। ਰਹੀ ਗੱਲ ਕਹਿੰਦੇ ਜੇ ਕਰਪਸ਼ਨ ਇੰਨੀ ਹੋਣ ਰਹੀ ਆ ਉਹਦੇ 'ਚੋਂ ਪੈਸੇ ਬਚਾ ਲੈਣੇ, ਤੇ ਥੋੜੇ ਦਿਨਾਂ 'ਚ ਮੈਂ ਬੀਬੀਆਂ ਨੂੰ 1000-1000 ਰੁਪਈਆ ਦੇ ਲੈਣਾ। ਕਹਿੰਦੇ ਹੁੰਦੇ ਨਾ ਵੀ ਗੱਲਾਂ ਕਰਨੀਆਂ ਬਹੁਤ ਸਿਖਾਲੀਆਂ ਜੀ, ਜਦੋਂ ਤੁਸੀਂ ਬਾਹ ਪੈਂਦੇ ਆ ਨਾ ਫਿਰ ਬਹੁਤ ਔਖਾ ਹੁੰਦਾ। ਇੱਕ ਛੋਟੀ ਜਿਹੀ ਕਹਾਵਤ ਆ ਸਾਡੇ, ਅਕਸਰ ਆਪਾਂ ਬੋਲਦੇ ਵੀ ਆ ਜਦੋਂ ਕਹਿੰਦੇ ਹੁੰਦੇ ਨਾ, ਵੀ ਕਹਿੰਦੇ ਵੀ ਜਦੋਂ ਸੁਣਿਆ ਤੇ ਕਰੋੜਾਂ ਦਾ, ਜਦੋਂ ਦੇਖਿਆ ਤੇ ਲੱਖਾਂ ਦਾ, ਤੇ ਜਦੋਂ ਗੱਲ ਕੀਤੀ ਤੇ ਹਜ਼ਾਰਾਂ ਦਾ, ਤੇ ਜਦੋਂ ਨਾਲ ਬੈਠਾ ਤੇ ਰੁਪਈਆਂ ਦਾ, ਤੇ ਜਦੋਂ ਕਹਿੰਦੇ ਵੀ ਬੋਲਿਆ ਚੱਲਿਆ ਤੇ ਫਿਰ ਚਵਾਨੀਆਂ ਦਾ, ਤੇ ਜਦੋਂ ਕਹਿੰਦਾ ਵਾਹ ਪਿਆ ਤੇ ਫਿਰ ਧੇਲੇ ਦਾ। ਹੁਣ ਇਹ ਗੱਲ ਆ ਵੀ ਜਦੋਂ ਵਾਹ ਪਿਆ, ਹੁਣ ਸਾਡਾ ਪਹਿਲਾਂ ਸਾਨੂੰ ਆਮ ਆਦਮੀ ਪਾਰਟੀ ਲੱਗਦੀ ਸੀ ਵੀ ਵਾਕਈ ਕਹਿੰਦੇ ਨੇ ਵੀ ਹਲਾਰੇ ਆਉਣਗੇ ਤੇ ਹਲਾਰੇ ਜਾਣਗੇ। ਸਹੀ ਗੱਲ ਹੈ। ਇਹ ਉਦੋਂ ਅਸੀਂ ਦੇਖਿਆ ਸੀਗਾ, ਜਾਂ ਵਾਹ ਪਿਆ ਜਾਣੋ ਜਾਂ ਰਾਹ ਪਿਆ ਜਾਣੋ। ਕਹਿੰਦੇ ਨੇ ਨਾ, ਇੱਕ ਕਰੈਕਟਰ ਹੈ ਅੰਗਰੇਜ਼ੀ ਲਿਟਰੇਚਰ ਦੇ ਵਿੱਚ, ਡਾਨ ਕਿਗਜ਼ਾਟ।
ਤੇ ਉਹਨੂੰ ਆਪਾਂ ਇੱਦਾਂ 'ਚ ਕਹਿੰਦੇ ਆ ਪੰਜਾਬੀ ਲਿਟਰੇਚਰ ਸ਼ੇਖ ਚਿੱਲੀ। ਡੌਨ ਕੁਇਕਜ਼ੋਟ ਸ਼ੇਖ ਚਿੱਲੀ ਇੱਕੋ ਹੀ ਗੱਲ ਆ। ਸੁਪਨੇ ਬਹੁਤ ਵੱਡੇ ਵੱਡੇ, ਗੱਲਾਂ ਬਹੁਤ ਵੱਡੀਆਂ ਵੱਡੀਆਂ, ਪਰ ਨਿਕਲਣਾ ਵਿੱਚੋਂ ਕੁਝ ਨਹੀਂ। ਉਹ ਗਾਲਿਬ ਸਾਹਿਬ ਜਿਵੇਂ ਕਹਿੰਦੇ ਨੇ ਨਾ, ਹਮਕੋ ਮਾਲੂਮ ਹੈ ਜन्नत की हकीकत लेकिन दिल के बहलाने को गालिब ये ख्याल अच्छा है। ਹਕੀਕਤ ਤਾਂ ਸਾਨੂੰ ਸਭ ਨੂੰ ਪਤਾ ਕਿ ਕਿੱਥੋਂ ਕਿੰਨਾ ਕੱਢਣਾ, ਕਿੱਥੋਂ ਕਿੰਨਾ ਕੱਢਣਾ, ਕਿੱਥੋਂ ਕਿੰਨਾ ਕੱਢਣਾ। ਦਿਲ ਨੂੰ ਬਹਿਲਾਈ ਜਾਓ ਕਿ ਇੱਥੋਂ ਇੰਨਾ ਆ ਜਾਏਗਾ, ਇੱਥੋਂ ਇੰਨਾ ਆ ਜਾਏਗਾ, ਖਜ਼ਾਨੇ ਭਰਪੂਰ। ਵਾਕਈ ਤੁਹਾਡੀ ਗੱਲ ਤੇ ਦਰੁਸਤ ਆ। ਅੱਛਾ, ਪ੍ਰੈਕਟੀਕਲੀ ਤੇ ਇਹ ਹੈ ਇਦਾਂ ਹੀ ਆ। ਹੁਣ ਦੇਖੋ, ਮੈਂ ਨਹੀਂ ਕਹਿੰਦਾ ਵੀ ਚਲੋ ਗੈਂਗਸਟਰਵਾਦ ਹੁਣ ਆਇਆ ਪੰਜਾਬ ਦੇ ਵਿੱਚ ਜਾਂ ਬਹੁਤ ਵੀ ਹਾਵੀ ਹੋ ਗਿਆ ਪੰਜਾਬ ਦੇ ਵਿੱਚ। ਸ਼ਰੇਆਮ ਆਨਲਾਈਨ ਭਰਤੀਆਂ ਦੀ ਗੱਲ ਹੋਣ ਡਈ। ਮਾਨਸਾ ਤੋਂ ਮੁੰਡਾ ਫੜਿਆ ਵੀ ਗਿਆ, ਉਹਦੇ ਕੋਲੇ ਫੋਨ ਵੀ ਫੜਾਇਆ, ਬਾਅਦ ਚੋਂ ਪਤਾ ਲੱਗਾ ਵੀ ਉਹ ਸਿੱਧੂ ਮੂਸੇਵਾਲੇ ਦਾ ਪ੍ਰਸ਼ੰਸਕ ਸੀਗਾ, ਇੱਦਾਂ ਦੀਆਂ ਗੱਲਾਂ ਹੁੰਦੀਆਂ। ਪਰ ਨਾਲ ਹੀ ਨਾਲ ਤੁਸੀਂ ਦੇਖੋ ਬੰਬੀਹਾ ਗਰੁੱਪ ਦੀਆਂ ਸਿੱਧੀਆਂ ਧਮਕੀਆਂ ਹੁਣ ਉਹਨਾਂ ਨੂੰ ਵੀ ਆਉਣ ਲੱਗ ਪਈਆਂ, ਖਿਡਾਰੀਆਂ ਨੂੰ, ਕਬੱਡੀ ਖਿਡਾਰੀਆਂ ਨੂੰ ਆਉਂਦੀਆਂ ਜੀ। ਜੀ ਕਹਿੰਦੇ ਵੀ ਜੇ ਤੁਸੀਂ ਜੱਗੂ ਭਗਵਾਨਪੁਰੀਏ ਦੇ ਕਹਿਣ ਤੇ ਖੇਡੇ ਨਾ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ। ਦੇਖੋ ਹੈ ਨਾ ਵੀ, ਕਿਉਂਕਿ ਹੁਣ ਦੇਖੋ ਯਾਰ, ਜਦੋਂ ਆਪਾਂ ਕਹਿੰਦੇ ਆ ਵੀ ਹਰ ਕੋਈ ਪ੍ਰੋਫੈਸ਼ਨ ਦੇ ਵਿੱਚ ਆ ਸੰਜੀਵ ਜੀ, ਜੇ ਸਿੰਗਰ ਆ ਤੇ ਉਹਨਾਂ ਨੂੰ ਵੀ ਕੌਲਾਂ ਆਉਂਦੀਆਂ ਵੀ ਸਾਨੂੰ ਆ ਆਪਣੇ ਇੰਨੇ ਪੈਸੇ ਦੇ ਦਿਓ ਤਾਂ ਤੁਸੀਂ ਬਚ ਜਾਓਗੇ। ਹੁਣ ਜੇ ਅਸੀਂ ਕਬੱਡੀ ਖਿਡਾਰੀਆਂ ਦੀ ਗੱਲ ਕਰ ਲਈਏ ਤੇ ਪਹਿਲਾਂ ਇੱਕ ਕਤਲ ਹੋਇਆ ਹੈ ਨਾ, ਸੰਦੀਪ ਨੰਗਲ ਅੰਬੀਆਂ, ਉਹ ਕਤਲ ਨਹੀਂ ਭੁੱਲਦਾ ਲੋਕਾਂ ਨੂੰ। ਹੁਣ ਇਹ ਜਿਹੜੀਆਂ ਗੱਲਾਂ ਇਹ ਕਹਿੰਦੀ ਆ ਵੀ ਜੱਗੂ ਭਗਵਾਨਪੁਰੀ ਆਪਣਾ ਕਾਲਾ ਪੈਸਾ ਜਿਹੜਾ ਚਿੱਟਾ ਕਰਨ ਨੂੰ ਫਿਰਦਾ ਆ, ਇਹ ਵੀ ਇੱਕ ਹੁਣ ਬਹੁਤ ਵੱਡੀ ਗੱਲ ਹੈ ਨਾ। ਕੀ ਪੰਜਾਬ ਦੇ ਵਿੱਚ ਇਹ ਸਭ ਕੁਝ ਬੜਾ ਡੀਪ ਰੂਟਡ ਹੋ ਗਿਆ ਆ? ਬਹੁਤ ਜ਼ਿਆਦਾ। ਸਿੱਧਾ ਜਦੋਂ ਕਹਿੰਦੇ ਨੇ ਹੁੰਦੇ ਵੀ, ਹੁਣ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਕਹਿੰਦੇ ਨੇ ਵੀ ਅੱਤ ਜਦੋਂ ਕਿਸੇ ਦੀ ਚੀਜ਼ ਦੀ ਆ ਜਾਵੇ ਨਾ ਤਾਂ ਉਹਦਾ ਅੰਤ ਵੀ ਹੁੰਦਾ ਆ। ਖੁਦਾ ਦਾ ਵੈਰ ਹੁੰਦਾ। ਪਰ ਅੱਤ ਤੋਂ ਅੰਤ ਜਿਹੜਾ ਹੈ ਨਾ, ਥੋੜਾ ਜਿਹਾ ਫਰਕ ਹੁੰਦਾ। ਜਦੋਂ ਤੁਸੀਂ ਅੱਤ ਤੇ ਪਹੁੰਚ ਜਾਂਦੇ, ਜਿਹਨੂੰ ਅਸੀਂ ਪੀਕ ਕਹਿੰਦੇ ਆ, ਪੀਕ ਤੇ ਪਹੁੰਚ ਜਾਂਦੇ ਆ ਤਾਂ ਡਿਮਿਨਿਸ਼ਿੰਗ ਆਉਣੀ ਅੰਗਰੇਜ਼ੀ 'ਚ ਤੁਸੀਂ ਮੈਂ ਜ਼ਿਆਦਾ ਸਮਝਦੇ ਆ ਕਿ ਹੈ ਨਾ ਵੀ ਉੱਪਰੋਂ ਥੱਲੇ ਤੱਕ ਆਉਣਾ ਹੀ ਆਉਣਾ, ਡਿਮਿਨਿਸ਼ਿੰਗ ਥਿਊਰੀ ਜਿਹਨੂੰ ਅਸੀਂ ਕਹਿੰਦੇ ਆ। ਇਹ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਜਿਹੜੇ ਧੜੇ ਆ ਇਹਨਾਂ ਦਾ ਵੀ ਇਹੀ ਕੁਛ ਆ। ਪਰ ਹੁਣ ਇਹਦੇ ਨਾਲ ਖਿੱਚੋਤਾਣ ਬਹੁਤ ਪੰਜਾਬ 'ਚ ਵਧਣ ਡਈ ਆ, ਕਿਉਂਕਿ ਗੈਂਗਵਾਰ ਹੋਣ ਦਾ ਖਦਸ਼ਾ ਬਹੁਤ ਹੈ। ਸਭ ਤੋਂ ਜ਼ਿਆਦਾ ਡਰ ਪੰਜਾਬ ਨੂੰ ਹੀ ਆ। ਹੁਣ ਤੁਸੀਂ ਉਹ ਪੁਆਇੰਟ ਦੀ ਗੱਲ ਕੀਤੀ ਹੈ ਨਾ ਕਿ ਆਪਣੀ ਹੱਦ ਤੇ ਜਾ ਕੇ ਫਿਰ ਉਹਨੇ ਡਾਊਨ ਆਉਣਾ ਹੀ ਆਉਣਾ। ਹੁਣ ਇਹ ਆਪਣੀ ਹੱਦ ਤੇ ਹੈ, ਠੀਕ ਹੈ ਨਾ, ਉਹਨਾਂ ਨੇ ਡਾਊਨ ਆਉਣਾ ਹੀ ਆਉਣਾ। ਹੁਣ ਆਪਾਂ ਇੱਕ ਸੁਖਾਵੀਂ ਖਬਰ ਵੱਲ ਚੱਲਦੇ ਹਾਂ, ਡਾਊਨ ਲੈ ਕੇ ਆਉਨੇ ਆ ਕਿ ਇੱਕ ਤਾਂ ਜਵਾਨੀ ਇਹ ਹੈ ਜਿਹੜੀ ਗੈਂਗ ਵਾਰ, ਗੈਂਗਸਟਰਸ, ਮਾਫੀਆ, ਇੱਕ ਜਵਾਨੀ ਇਹ ਹੈ ਜਿਹਦੀ ਆਪਾਂ ਹੁਣ ਗੱਲ ਕਰਾਂਗੇ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ। ਇਹ ਤੇ ਬਹੁਤ ਵੱਡੀ ਗੱਲ ਹੈ ਜੀ। 27 ਸਤੰਬਰ 1907 ਨੂੰ ਜਨਮ ਹੁੰਦਾ ਹੈ ਤੇ ਉਹਨਾਂ ਦੀ ਇੱਕ ਗੱਲ ਕਿ ਮਰ ਕੇ ਵੀ ਨਾ ਨਿਕਲੇਗੀ ਦਿਲ ਸੇ ਵਤਨ ਕੀ ਉਲਫਤ, ਮੇਰੀ ਮਿੱਟੀ ਸੇ ਵੀ ਖੁਸ਼ਬੂਏ ਵਤਨ ਆਏਗੀ। ਸੋ ਇੱਦਾਂ ਦੇ ਇਨਸਾਨ ਦੇਖੋ ਕਿੰਨਾ ਫੋਕਸਡ ਹੈ ਉਹ ਬੰਦਾ, ਕਿੰਨਾ ਬ੍ਰਿਲੀਅੰਟ ਆ, ਕਿੰਨਾ ਰੋਸ਼ਨ ਦਿਮਾਗ ਹੈ। ਸਵੇਰੇ ਫਾਂਸੀ ਹੋਣੀ ਹੈ, ਇੱਕ ਦਿਨ ਪਹਿਲਾਂ ਇੱਕ ਮਿੱਤਰ ਮਿਲਣ ਆਉਂਦਾ ਜੇਲ੍ਹ ਦੇ ਵਿੱਚ। 23 ਮਾਰਚ ਦੀ ਗੱਲ ਕਰਦੇ ਸੀ। ਹਾਂਜੀ, 23 ਮਾਰਚ ਨੂੰ ਜਦੋਂ ਫਾਂਸੀ ਹੁੰਦੀ ਹੈ, ਇੱਕ ਦਿਨ ਪਹਿਲਾਂ 22 ਮਾਰਚ ਨੂੰ ਇੱਕ ਦੋਸਤ ਮਿਲਣ ਆ ਗਿਆ, ਇੱਕ ਕਿਤਾਬ ਦੇ ਕੇ ਗਿਆ, ਕ੍ਰਾਂਤੀਕਾਰੀ ਲੈਨਿਨ, ਉਹਦੀ ਜੀਵਨੀ। ਔਰ ਭਗਤ ਸਿੰਘ ਨੂੰ ਸਵੇਰੇ ਫਾਂਸੀ ਹੋਣੀ ਹੈ ਔਰ ਉਹ ਪੂਰੀ ਤਰ੍ਹਾਂ ਕਿਤਾਬ 'ਚ ਡੁੱਬੇ ਹੋਏ ਨੇ, ਕਿਤਾਬ ਪੜ੍ਹਦੇ ਪਏ, ਸਾਰੀ ਰਾਤ ਕਿਤਾਬ ਪੜ੍ਹਦੇ ਰਹੇ। ਸਵੇਰੇ ਮੂੰਹ ਹਨੇਰੇ ਜਦੋਂ ਆਉਂਦੇ ਨੇ ਉਹ ਲੈਣ ਵਾਸਤੇ ਕਿ ਚਲੋ ਜੀ ਨਾਓ, ਕਿਉਂਕਿ ਫਾਂਸੀ ਦੇਣ ਦਾ ਟਾਈਮ ਹੋ ਰਿਹਾ, ਅਤੇ ਉਹ ਭਗਤ ਸਿੰਘ ਕਹਿੰਦਾ ਓਹ ਟਾਈਮ ਹੋ ਗਿਆ, ਲਾਸਟ ਪੇਜ ਰਹਿ ਗਿਆ ਇਸ ਚੈਪਟਰ ਦਾ, ਇਹ ਮੈਨੂੰ ਪੂਰਾ ਕਰ ਲੈਣ ਦਿਓ। ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲਦਾ ਪਿਆ, ਵਿਚਾਰ ਕਰਨ ਲੱਗੇ ਨੇ, ਮੈਂ ਜ਼ਰਾ ਪੜ੍ਹ ਲਾਂ ਫਿਰ ਚੱਲਦੇ ਹਾਂ, ਕਿਉਂਕਿ ਮਰਨ ਵਾਲੇ ਦੀ ਆਖਰੀ ਇੱਛਾ ਪੂਰੀ ਕੀਤੀ ਜਾਂਦੀ ਹੈ। ਉਹ ਕਹਿੰਦੇ ਠੀਕ ਹੈ ਜੀ, ਅਸੀਂ ਵੇਟ ਕਰਦੇ ਹਾਂ। ਉਹਨੇ ਪੜ੍ਹਿਆ, ਥੈਂਕ ਯੂ ਵੈਰੀ ਮਚ, ਚਲੋ ਚੱਲੀਏ। ਐਡਾ ਦਿਮਾਗ ਫੋਕਸਡ, ਐਡਾ ਬੈਲੈਂਸਡ, ਬਿਲਕੁਲ ਘਬਰਾਹਟ ਨਹੀਂ ਕਿ ਮੈਨੂੰ ਫਾਂਸੀ ਹੋਣੀ ਥੋੜ੍ਹੀ ਦੇਰ ਬਾਅਦ। ਔਰ ਪੂਰੀ ਪੁਸਤਕ ਪੜ੍ਹ ਕੇ, ਉਹ ਚੈਪਟਰ ਪੜ੍ਹ ਕੇ ਉਹਨੇ ਰੱਖ ਦਿੱਤੀ ਕਿਤਾਬ, ਪੇਜ ਮੋੜ ਦਿੱਤਾ। ਹੁਣ ਅੱਗੋਂ ਕਿਤਾਬ ਹਜੇ ਪੜ੍ਹਨੀ ਬਾਕੀ ਸੀ, ਪੇਜ ਮੋੜਿਆ। ਅਤੇ ਸਾਨੂੰ ਜੋ ਅਸੀਂ ਉਹਨਾਂ ਨੂੰ ਮੰਨਦੇ ਹਾਂ ਸਾਰੇ ਭਗਤ ਸਿੰਘ ਨੂੰ, ਆਪਾਂ ਸਾਰੇ ਦਿਲਾਂ 'ਚ ਵਸਾ ਕੇ ਬੈਠੇ ਹਾਂ। ਸਾਨੂੰ ਕਹਿੰਦੇ ਨੇ ਕਿ ਹੁਣ ਉੱਥੋਂ ਪੇਜ ਖੋਲ੍ਹ ਕੇ ਕੋ ਤੁਸੀਂ ਪੜ੍ਹਨਾ ਹੁੰਦੇ, ਤੁਹਾਡੀ ਜ਼ਿੰਮੇਵਾਰੀ ਹੈ। ਭਗਤ ਸਿੰਘ ਇੱਥੇ ਤੱਕ ਜ਼ਿੰਮੇਵਾਰੀ ਲਗਾ ਕੇ ਗਿਆ। ਸੋ ਇੱਦਾਂ ਦਾ ਬੰਦਾ, ਇੱਦਾਂ ਦੀ ਜਵਾਨੀ, ਇੰਨਾ ਬ੍ਰਿਲੀਅੰਟ ਬੰਦਾ, ਇੰਨਾ ਰੋਸ਼ਨ ਦਿਮਾਗ ਬੰਦਾ, ਤਾਂ ਇਸ ਦੇ ਰਸਤੇ 'ਤੇ ਚੱਲੋ ਤਾਂ ਜਿਹੜੇ ਗੈਂਗਸਟਰਸ ਨੇ ਇਹ ਜਵਾਨੀਆਂ ਉੱਧਰ ਤੋਰੀਆਂ ਹੋਈਆਂ, ਜੇ ਭਗਤ ਸਿੰਘ ਦੇ ਰਾਹ 'ਤੇ ਤੁਰੀਆਂ ਹੋਣ ਤਾਂ ਕਿੱਥੇ ਤੇ ਕਿੱਥੇ ਪਹੁੰਚੀਏ। ਤਾਂ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਵਾਕਈ ਦੇਖੋ ਬਹੁਤ ਵੱਡਾ ਦਿਨ ਆ। ਮੈਂ ਪਹਿਲਾਂ ਵੀ ਨਾ ਡਿਸਕਸ ਕਰ ਰਿਹਾ ਸੀਗਾ ਵੀ ਪੰਜਾਬ ਦਾ ਯੂਥ ਉਹੀ ਆ ਭਗਤ ਸਿੰਘ ਹੁਣਾਂ ਵਾਲਾ, ਪੰਜਾਬ ਦਾ ਯੂਥ ਅਕਾਲੀ ਫੂਲਾ ਸਿੰਘ ਹੁਣਾਂ ਵਾਲਾ, ਸ਼ਿਓਰ। ਪੰਜਾਬ ਦਾ ਯੂਥ ਅਸੀਂ ਕਹਿੰਦੇ ਆ ਵੀ ਸ਼ੇਰੇ ਆਜ਼ਮ ਸਰਦਾਰ ਮਹਾਰਾਜਾ ਰਣਜੀਤ ਸਿੰਘ ਹੁਣਾਂ ਵਾਲਾ ਆ। ਪੰਜਾਬ ਦਾ ਯੂਥ ਉਹੀ ਆ ਜਿਹਦੀ ਦੁਨੀਆ ਮਿਸਾਲਾਂ ਦਿੰਦੀ ਆ। ਪੰਜਾਬ ਦਾ ਯੂਥ ਜਿਹਨੂੰ ਕਹਿੰਦੇ ਆ। ਪਰ ਪਤਾ ਜਦੋਂ
ਮੈਂ ਹੁਣ ਇਹ ਵੀ ਕਹਿੰਦਾ ਵੀ ਇਹਦੇ 'ਚ ਕਸੂਰ ਪੰਜਾਬ ਦੇ ਨਿਆਣਿਆਂ ਦਾ ਬਿਲਕੁਲ ਨਹੀਂ ਹੈਗਾ। ਜੀ ਜਦੋਂ ਪੂਰੇ ਸੰਸਾਰ ਦੇ ਵਿੱਚ ਕੋਈ ਅੱਗ ਲੱਗ ਜਾਵੇ ਤਾਂ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਉਹ ਸਾਡੇ ਤੱਕ ਨਹੀਂ ਪਹੁੰਚਣੀ। ਇਹ ਸੰਸਾਰ ਭਰ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ। ਨਸ਼ਾ ਸੰਸਾਰ ਤੋਂ ਚੱਲਦਾ ਆ। ਲੈਂਡ ਲੋਰਡਾਂ ਦੀਆਂ ਵੱਡੇ ਵੱਡੇ ਕਾਰਟਲ ਜਿਹੜੇ ਨੇ ਉਹ ਮੈਕਸੀਕੋ ਤੋਂ ਲੈ ਕੇ ਸਾਡੀ ਕੰਨਿਆ ਕੁਮਾਰੀ ਤੱਕ ਬੜੇ ਆਸਾਨੀ ਦੇ ਨਾਲ ਪਹੁੰਚਣ ਡੇ ਨੇ ਜੀ, ਕਿਉਂਕਿ ਕਰੋੜਾਂ ਦਾ ਪੈਸਾ ਤੁਸੀਂ ਇੰਨਾ ਕੁ ਦੇਖੋ, ਇੰਨਾ ਕੁ ਪਾਊਡਰ ਆ ਜਿਹਨੂੰ ਅਸੀਂ ਚਿੱਟਾ ਕਹਿੰਦੇ ਆ, ਉਹ ਇੰਨਾ ਕੁ ਪਾਊਡਰ ਦੇ ਵਿੱਚੋਂ ਤੁਸੀਂ ਲੱਖਾਂ ਰੁਪਏ ਕਮਾਉਂਦੇ ਆ। ਜੀ ਬਿਲਕੁਲ ਇਹ ਬਹੁਤ ਸੇਫ ਕਹਿੰਦੇ ਮਨੀ ਆ ਉਹਨਾਂ ਦੇ ਲਈ। ਹੁਣ ਇਹਦੇ ਵਿੱਚ ਸਾਡੇ ਆਪ ਦੇ ਲੋਕ ਰਲਾਏ। ਮੈਂ ਪੜ੍ਹਦਾ ਸੀਗਾ ਕਿਤਾਬ, ਕਹਿੰਦੇ ਪੰਜਾਂ ਪਾਣੀਆਂ 'ਚ ਘੋਲੀ ਜ਼ਹਿਰ ਕਿੰਨੇ, ਫਿਰ ਉਹ ਉੱਤੋਂ ਜਵਾਬ ਆਉਂਦਾ ਜੀ, ਕਹਿੰਦੇ ਵੀ ਉਹ ਆਪਣੇ ਸੀ ਜਿਨ੍ਹਾਂ ਘੋਲ ਰੱਖੀ ਜ਼ਹਿਰ ਆ, ਆਪਣੇ ਹੀ ਆ ਜਿਹੜੇ ਹੁਣ ਪਲਾਈ ਜਾਂਦੇ ਭਰ ਭਰ ਕੇ ਜ਼ਹਿਰ ਆ, ਵੀ ਕੋਈ ਹੋਰ ਨਹੀਂ ਆਉਂਦਾ। ਜਦੋਂ ਤੁਹਾਡਾ ਆਪ ਦਾ ਹੀ ਬੰਦਾ ਨਾਲ ਰਲ ਜਾਵੇ ਨਾ, ਫਿਰ ਹੁਣ ਇੱਕ ਇਹ ਵੀ ਵੱਡੀ ਗੱਲ ਆ ਕਿ ਪੂਰੇ ਪਤਾ ਨਹੀਂ ਇਹ ਸਾਡਾ ਨਾ ਉਹ ਹੁੰਦਾ ਆ ਵੀ ਗੁਆਂਢੀ ਦੇ ਘਰ ਤੱਕ ਅੱਗ ਆ ਜਾਵੇ, ਸਾਨੂੰ ਜਦ ਤੱਕ ਸਾਡੇ ਘਰੇ ਨਹੀਂ ਆਈ ਨਾ ਉਦੋਂ ਤੱਕ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਘਰੇ ਆਈਏ। ਸਾਡਾ ਟੇਕ ਵੀ ਵੱਖਰਾ ਹੁੰਦਾ ਹੈ। ਬਿਲਕੁਲ ਸਹੀ ਗੱਲ ਹੈ। ਹੁਣ ਅਸੀਂ ਮੁੰਡੇ ਆਪਣਿਆਂ ਨੂੰ ਦੇਈ ਜਾਂਦੇ ਦੋਸ਼ ਵੀ ਇਹ ਫਲਾਨਾ ਚਿੱਟਾ ਖਾਣ ਲੱਗ ਪਿਆ, ਫਲਾਨਾ ਕਰਨ ਲੱਗ ਪਿਆ। ਸੰਜੀਵ ਜੀ, ਜਦੋਂ ਅੱਗ ਬਲਦੀ ਹੋਵੇ ਨਾ ਤੇ ਉਹ ਘਰ 'ਚ ਪਹੁੰਚਣੀ ਆ, ਹੈ ਨਾ, ਕਿਉਂਕਿ ਸੁੱਕੇ, ਹੁਣ ਆਪਾਂ ਇਦਾਂ ਲੈ ਲਈਏ ਵੀ ਇਹ ਸੁੱਕੇ ਅੱਗ ਕਰ ਗਏ ਆ ਨੌਜਵਾਨ। ਹੁਣ ਜੰਗਲ 'ਚ ਸੁੱਕਾ ਅੱਗ ਪਿਆ ਹੋਵੇ, ਜੰਗਲ 'ਚ ਅੱਗ ਲੱਗ ਜਾਵੇ ਤਾਂ ਸੁੱਕੇ ਅੱਗ ਤੱਕ ਤੇ ਪਹੁੰਚ ਹੀ ਜਾਣੀ ਆ, ਪੱਕਾ ਪਹੁੰਚੇਗੀ, ਹੈ ਨਾ। ਹੁਣ ਇਹ ਕਸੂਰ ਆ ਔਰ ਸਾਡੇ ਆਪਦੇ ਬੰਦੇ ਰਲੇ ਆ। ਮੈਨੂੰ ਉਹ ਯਾਦ ਹਮੇਸ਼ਾ ਆਉਂਦਾ, ਮੈਂ ਬੜੀ ਵਾਰੀ ਬਹੁਤ ਥਾਂ ਤੇ ਮੈਨੂੰ ਸਾਰੇ ਕਹਿੰਦੇ ਵੀ ਅੱਜ ਕੱਲ੍ਹ ਤਾਂ ਤੇਰਾ ਪੈਟ ਹੋ ਗਿਆ, ਵੀ ਤੂੰ ਫਿਰੋਜ਼ਪੁਰ ਵਾਲੀ ਘਟਨਾ ਕਹਿੰਦਾ ਹੀ ਰਹਿਣਾ। ਫਿਰੋਜ਼ਪੁਰ ਦਾ ਐਸਐਸਪੀ ਕਾਂਗਰਸ ਦੇ ਟਾਈਮ ਕਹਿੰਦਾ ਸੀ ਵੀ ਅਸੀਂ ਸਾਡੇ ਆਪਦੇ ਹੀ ਬੰਦੇ ਦਰੁਸਤ ਨੇ, ਸਾਡੇ ਆਪਦੇ ਬੰਦੇ ਹੀ ਰਲੇ ਹੋਏ ਨੇ, ਸਾਡੇ ਆਪਦੇ 'ਚ ਹੀ ਖੋਟ ਆ, ਅਸੀਂ ਆਪ ਹੀ ਕਾਣੇ ਆ। ਜਦੋਂ ਸਾਡੇ ਕੋਲੇ ਕਹਿੰਦਾ ਵੀ ਸਾਡੇ 'ਚੋਂ ਅਸੀਂ ਕਾਣਪੁਣਾ ਛੱਡ ਦਾਂਗੇ ਤਾਂ ਮਹੀਨੇ ਦੇ ਵਿੱਚ ਆ ਕੇ ਡਰੱਗ ਇੱਥੋਂ ਖਤਮ ਹੋ ਜਾਵੇ। ਬਿਲਕੁਲ ਅਸੀਂ ਕਿਉਂ ਨਹੀਂ ਆਪਦੀ ਜਾਨ ਬਚਾਉਣੇ, ਕਿਉਂ ਨਹੀਂ ਅਸੀਂ ਕੱਲ ਮੇਰਾ ਕੋਈ ਦੋਸਤ ਕੈਨੇਡਾ ਸੈਟਲ ਹੋ ਗਿਆ ਤੇ ਉਹਦਾ ਨਾ ਸਟੇਟਸ ਬੜਾ ਭਾਵੁਕ ਜਿਹਾ ਸੀਗਾ। ਇੱਕ ਲਾਈਨ ਲਿਖੀ ਉਹਨੇ, ਕਹਿੰਦਾ ਆਖਰ ਨੂੰ ਥੱਕ ਕੇ ਫਿਰ ਉਹ ਆਪਣਾ ਪੰਜਾਬ ਛੱਡ ਗਿਆ। ਓ ਗॉड। ਤੇ ਮਤਲਬ ਹੀ ਇਜ਼ ਅ PhD ਇਨ ਪੰਜਾਬੀ। ਆਖਿਰ ਨੂੰ ਥੱਕ ਕੇ ਆਪਣਾ ਪੰਜਾਬ ਛੱਡ ਗਿਆ। ਕਿੰਨੀ ਵੱਡੀ ਗੱਲ ਹੈ। ਜਦੋਂ ਉਹਦੇ ਨਾਲ ਗੱਲ ਹੁੰਦੀ ਸੀਗੀ ਤੇ ਉਹ ਕਹਿਣਾ ਵੀ ਨਾ ਜੀ, ਮੇਰੀ ਉਹਦੀ ਵਾਈਫ ਜਿਹੜੀ ਸੀ ਉਹ MA ਇੰਗਲਿਸ਼ ਸੀਗੇ ਤੇ ਚੰਡੀਗੜ੍ਹ ਤੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਇਨ ਪੰਜਾਬੀ ਕੀਤੀ ਸੀਗੀ। ਅੱਛਾ। ਹੁਣ PhD ਕਰਕੇ ਵੀ ਤੁਹਾਨੂੰ ਜੇ ਰੋਸ਼ਨ ਨਾ ਭਵਿੱਖ ਦਿਖੇ, ਫਿਰ ਤੋਂ ਵੱਧ ਕੇ ਮੰਦਭਾਗੀ ਘਟਨਾ ਕਿਹੜੀ ਹੈ ਸੰਸਾਰ ਤੇ? ਬਿਲਕੁਲ ਮੰਦਭਾਗੀ ਘਟਨਾ ਹੈ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਅਸੀਂ ਸੇਧ ਲਈਏ ਉਤੋਂ, ਔਰ ਗਵਰਨਮੈਂਟ ਵੱਲੋਂ ਵੀ ਵਧੀਆ ਐਫਰਟ ਆ। ਇੱਕ ਤਾਂ ਮਾਨ ਸਾਹਿਬ ਕਹਿ ਰਹੇ ਨੇ ਸਾਡੇ CM ਕਿ ਇੱਕ ਬਹੁਤ ਦੇਰ ਤੋਂ ਜਿਹੜਾ ਇਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਅਸੀਂ ਨੌਜਵਾਨਾਂ ਨੂੰ ਦਿੰਦੇ ਹਾਂ, ਉਹ ਬੰਦ ਪਿਆ, ਉਹ ਅਸੀਂ ਦੁਬਾਰਾ ਸ਼ੁਰੂ ਕਰਾਂਗੇ। ਤਾਂ ਹਰ ਜ਼ਿਲ੍ਹੇ ਵਿੱਚੋਂ 2 ਬੰਦੇ ਚੁਣੇ ਜਾਣਗੇ, 2 ਨੌਜਵਾਨ ਚੁਣੇ ਜਾਣਗੇ ਔਰ 51 ਹਜ਼ਾਰ ਰੁਪਏ ਦਿੱਤਾ ਜਾਏਗਾ, ਯਾਨੀ ਪੂਰੇ ਪੰਜਾਬ ਚੋਂ 46 ਬੰਦੇ ਚੁਣੇ ਜਾਣਗੇ। ਅੱਛਾ, ਉਹ ਕਹਿੰਦੇ ਆ ਵੀ ਉਹਨਾਂ ਨੇ ਨਵੰਬਰ ਤੱਕ ਕੁਝ ਮੰਗੀਆਂ ਇਹਨਾਂ ਦੇ ਲਈ, ਅਰਜ਼ੀਆਂ ਮੰਗੀਆਂ ਨੇ। ਇਹ ਤੁਸੀਂ ਅਰਜ਼ੀਆਂ ਦੇਣੀਆਂ ਸ਼ੁਰੂ ਕਰੋ ਤੇ ਕਿਹਨੇ ਕੀ ਕੰਮ ਕੀਤੇ ਨੇ, ਕੌਣ ਕੁਆਲੀਫਾਈ ਕਰਦਾ, ਫਿਰ ਅਸੀਂ ਉਹਦੇ ਉੱਤੇ ਤਹਿਕੀਕਾਤ ਕਰਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਆਰਮੀ ਦੇ ਵਿੱਚ ਹੁੰਦਾ ਜਾਂ ਜਿਸ ਤਰ੍ਹਾਂ ਸਿਵਿਲੀਅਨ ਅਵਾਰਡਸ ਹੁੰਦਾ ਹੈ 26 ਜਨਵਰੀ ਨੂੰ ਮਿਲਦੇ ਨੇ, ਰਿਕਮੈਂਡ ਹੁੰਦਾ ਹੈ, ਫਿਰ ਉਸ ਤੋਂ ਬਾਅਦ ਉਹ ਪੁੱਛਗਿੱਛ ਕਰਦੇ ਨੇ ਜੋ ਵੀ ਉਹਨਾਂ ਦਾ ਸਾਰੇ ਪ੍ਰੋਟੋਕੋਲਸ ਬਣੇ ਹੋਏ ਨੇ ਸੇਮ। ਔਰ ਦੂਜਾ ਕੈਂਡਲ ਲਾਈਟ ਮਾਰਚ ਕਰਨਾ ਹੈ ਥਾਂ ਦੇ ਉੱਤੇ। ਇਹ ਵੀ ਉਹਨਾਂ ਨੇ ਕਿਹਾ ਕਿ ਆਪਣੇ ਘਰ ਦੇ ਉੱਤੇ ਤਿਰੰਗਾ ਲਹਿਰਾਓ, ਭਗਤ ਸਿੰਘ ਨੂੰ ਯਾਦ ਕਰਦੇ ਹੋਏ ਕੈਂਡਲ ਲਾਈਟ ਮੈਰਿਜ ਕਰੋ। ਸੋ ਇਹ ਚੀਜ਼ਾਂ ਨੇ, ਜੋ ਵੀ ਹੈ ਸਾਨੂੰ ਉਸ ਸ਼ਹੀਦ ਨੂੰ ਯਾਦ ਕਰਨਾ ਚਾਹੀਦਾ। ਸੋ ਇੱਕ ਚੰਗੀ ਖਬਰ ਹੈ, ਆਜ਼ਾਦੀ ਦੇ ਪਰਵਾਨੇ, ਮਾਣ ਵਾਲੀਆਂ ਗੱਲਾਂ ਸਾਡੇ ਲਈ। ਸੋ ਉਮੀਦ ਹੈ ਕਿ ਤੁਸੀਂ ਵੀ ਯਾਦ ਰੱਖੋਗੇ ਔਰ ਇੱਦਾਂ ਹੀ ਆਪਣੇ 'ਚੋਂ ਕਿਤੇ ਨਾ ਕਿਤੇ ਭਗਤ ਸਿੰਘ, ਕਿਉਂਕਿ ਮੈਨੂੰ ਲੱਗਦਾ ਕਿ ਭਗਤ ਸਿੰਘ ਇਨਸਾਨ ਘੱਟ ਤੇ ਹੁਣ ਇੱਕ ਸੋਚ ਹੈ ਜਿਹਨੂੰ ਮਰਨ ਨਹੀਂ ਦਿੱਤਾ ਜਾਣਾ ਚਾਹੀਦਾ। ਸੋਚ ਹੈ ਬਿਲਕੁਲ। ਔਰ ਇਹਦੇ ਉੱਤੇ ਮੈਂ ਗੱਲ, ਤੁਸੀਂ ਸੋਚ ਦੀ ਗੱਲ ਕੀਤੀ, ਇੱਦਾਂ ਉਹ ਜਿੱਦਾਂ ਜਲੂਸ ਨਹੀਂ ਨਿਕਲਦੇ ਹੁੰਦੇ, ਹਾਂਜੀ, ਉਹਦੇ 'ਚ ਨਾਅਰੇ ਲੱਗਦੇ ਨੇ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਮੈਂ ਕਿਸੇ ਨੂੰ ਬੁਲਾਇਆ ਸੀ ਨੌਜਵਾਨ ਨੂੰ, ਮੈਂ ਕਿਹਾ ਇੱਧਰ ਆਓ, ਤੁਹਾਨੂੰ ਪਤਾ ਭਗਤ ਸਿੰਘ ਦੀ ਸੋਚ ਕੀ, ਕਦੀ ਪੜ੍ਹਿਆ? ਕਹਿੰਦਾ ਨਹੀਂ। ਤੇ ਮੈਂ ਕਿਹਾ ਫਿਰ ਕਿੱਦਾਂ ਪਤਾ ਲੱਗੂ? ਪੜ੍ਹੋ, ਪੜ੍ਹਨਾ ਬਹੁਤ ਜ਼ਰੂਰੀ, ਉਹਨੂੰ ਪਹਿਲਾਂ ਪੜ੍ਹੋ। ਆਪਾਂ ਤਾਂ ਹਮੇਸ਼ਾ ਕਹਿੰਦੇ ਆ ਵੀ ਰੋਸ਼ਨ ਦਿਮਾਗ ਹੋਣ ਲਈ, ਜ਼ਿੰਮੇਵਾਰ ਹੋਣ ਲਈ ਔਰ ਕੁਝ ਵੀ ਹੋਣ ਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਇੱਕ ਆਪਾਂ ਨਿਊਜ਼ ਲੈਂਦੇ ਆ, ਉਹ ਜ਼ਰੂਰੀ ਹੈ ਬਹੁਤ। ਫਿਰ ਖੈਰਾ ਸਾਹਿਬ ਆਪਾਂ ਅੱਗੇ ਵਧਾਂਗੇ। ਉੱਤਰਾਖੰਡ ਦੇ ਜਿਹੜੇ ਚੀਫ ਮਿਨਿਸਟਰ ਨੇ ਨਾ, ਪੁਸ਼ਕਰ ਸਿੰਘ ਧਾਮੀ ਜੀ, ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਜਿਹੜਾ ਅੰਕਿਤਾ ਭੰਡਾਰੀ ਕੇਸ ਹੈ, ਜੋ ਹੋਟਲ ਦੇ ਵਿੱਚ ਰਿਸੈਪਸ਼ਨਿਸਟ ਸੀ ਜਿਨ੍ਹਾਂ ਦਾ ਕਤਲ ਹੋਇਆ, ਉਹਦੇ ਵਿੱਚ ਫਾਸਟ ਟਰੈਕ ਕੋਰਟ ਬਣਾ ਕੇ ਇਸ ਦਾ ਫੈਸਲਾ ਤੇਜ਼ੀ ਨਾਲ ਕੀਤਾ ਜਾਵੇ ਔਰ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਸਜ਼ਾ ਤੱਕ ਪਹੁੰਚਾਇਆ ਜਾਵੇ। ਸੋ ਜੀ ਬਹੁਤ ਜ਼ਰੂਰੀ ਹੋ ਜਾਂਦਾ, ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਕਹਿੰਦੇ ਆ ਨਾ ਕਿ ਇੰਡੀਆ, ਭਾਰਤ ਦੇ ਵਿੱਚ ਨਾ ਅਕਸਰ ਇਦਾਂ ਅਸੀਂ ਕਹਿੰਦੇ ਆ ਵੀ ਲਾਅ ਜਿਹੜਾ ਨਾ
ਉਹਨੂੰ ਅਮੀਰ ਲੋਕ ਆਪਣੇ ਤਰੀਕੇ ਨਾਲ ਮੋਲਡ ਕਰੀ ਜਾਂਦੇ ਆ, ਟਵਿਸਟ ਕਰ ਜਾਂਦੇ ਆ, ਘੁਮਾ ਦਿੰਦੇ ਆ ਨਾ। ਐਦਾਂ ਦੇ ਜੇ ਕੇਸ ਹੋ ਜਾਣ ਤੇ ਜਿੱਥੇ ਜਿਹੜੇ ਗਰੀਬ ਧਿਰ ਵਾ ਨਾ ਉਹਨੂੰ ਇਨਸਾਫ ਮਿਲ ਜਾਵੇ, ਉਹਦੇ ਨਾਲ ਦੀ ਰੀਸ ਨਹੀਂ ਕੋਈ। ਸੋ ਉਹੀ ਗੱਲ ਆ ਨਾ ਕਿ ਜੇ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ, ਕਿਉਂਕਿ ਸਟੇਟਮੈਂਟਸ ਤਾਂ ਬਹੁਤ ਆਉਂਦੀਆਂ ਨੇ, ਹਰ ਦਿਨ ਚੰਗੀਆਂ ਸਟੇਟਮੈਂਟਸ ਦੇਣਾ ਆਉਂਦੀਆਂ ਇਹਨਾਂ ਨੂੰ, ਪਰ ਜਦੋਂ ਕੁਝ ਵੀ ਨਹੀਂ ਹੁੰਦਾ, ਜਦੋਂ ਗੱਲ ਦਫਾ ਹੋ ਜਾਂਦੀ, ਉਹ ਸਟੇਟਮੈਂਟ ਦਾ ਵੀ ਕੋਈ ਮੁੱਲ ਨਹੀਂ ਰਹਿੰਦਾ ਫਿਰ। ਬਿਲਕੁਲ, ਕਿਉਂਕਿ ਮਾਹਿਰ ਇਹ ਕਹਿੰਦੇ ਨੇ ਕਿ ਜਿਹੜਾ ਕਾਨੂੰਨ ਹੈ ਨਾ, ਇਹਨਾਂ ਨੇ ਬਿਲਕੁਲ ਮੋਮ ਦੀ ਨੱਕ ਬਣਾਈ ਹੋਈ ਹੈ, ਜਿੱਧਰ ਮਰਜ਼ੀ ਮੋੜ ਦਿੰਦੇ ਨੇ ਆਪਣੀ ਸੁਵਿਧਾ ਦੇ ਮੁਤਾਬਿਕ। ਵਾਕਈ ਸੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੀ। ਫਿਲਹਾਲ ਤੁਸੀਂ ਵੀ ਸੋਚਦੇ ਰਿਹਾ ਕਰੋ, ਔਰ ਜਿੱਥੇ ਹੈਗੇ ਜਿੰਨੇ ਜੋਕਰੇ ਹੈਗੇ ਉਹਨਾਂ ਚੁੱਕ ਕੇ ਖੜੇ ਰਹੋ, ਲੜਦੇ ਰਹੋ, ਕਿਉਂਕਿ ਸੰਘਰਸ਼ ਹੈ ਜ਼ਿੰਦਗੀ, ਔਰ ਸੰਘਰਸ਼ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ। ਬਿਲਕੁਲ ਜੀ। ਫਿਲਹਾਲ ਅਸੀਂ ਚੱਲਦੇ ਹਾਂ ਕਿਉਂਕਿ ਸਮਾਂ ਬਹੁਤ ਹੋ ਗਿਆ। ਇੱਕ ਗੁਜ਼ਾਰਿਸ਼ ਕਰਦਾ ਜੀ, ਤੁਸੀਂ ਨਾ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਡੀ ਹੋਰ ਕੀ ਡਿਮਾਂਡ ਹੈ, ਅਸੀਂ ਉਹਨੂੰ ਕਿਵੇਂ ਪੂਰੀ ਕਰੀਏ। ਠੀਕ ਹੈ, ਐਮ ਆਈ ਰਾਈਟ ਸਰ? ਬਿਲਕੁਲ ਸਰ। ਸੋ ਚੱਲਦੇ ਹਾਂ ਜੀ, ਫਿਰ ਕੱਲ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਉੱਤੇ, ਨਵੀਆਂ ਗੱਲਾਂ ਲੈ ਕੇ। ਸਤਿ ਸ਼੍ਰੀ ਅਕਾਲ।